अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के जुर्म अंजाम में हम आपको दिखाएंगे और बताएंगे कि मिस्री शाह के इलाके में 14 से 15 साल नौजवान को गला दबाकर कत्ल कर दिया जाता है और कत्ल करने के बाद इस वाक़े को खुदकुशी का रंग दिया जाता है, लेकिन पुलिस इन्वेस्टिगेशन इस तरीके से करती है कि बिल आखिर ये कत्ल ही साबित होता है और 2 मुलज़मान को पुलिस गिरफ़्तार कर लेती है। आज के प्रोग्राम में हम आपको दिखाते हैं कि कातिल किस तरह से इस नौजवान को कत्ल करने के बाद खुदकुशी का रंग देते हैं। ये सब कुछ आपको दिखाते हैं आज के इस प्रोग्राम में। लाहौर का इलाका मिस्री शाह है, जहाँ पर ईद उल अज़हा से पहले एक नौजवान जिसकी उम्र 16-17 साल बताई जाती है, शायद इससे भी कम हो, उसको कत्ल कर दिया जाता है और उसको ख़ुदकुशी का रंग देने की कोशिश की जाती है। लेकिन जब इस मामले में पुलिस इन्वेस्टिगेट करती है तो पता ये चलता है कि उस नौजवान ने ख़ुदकुशी नहीं की बल्कि उसको कत्ल किया गया है। कातिल कौन था, कत्ल किस तरह होता है, ये हम पुलिस की ज़ुबानी भी जानेंगे, लेकिन जो मकतूल था उसके लवाहिकीन, उनका ताल्लुक़ गुजरात शहर से है, वो क्या कहते हैं। उनका प्यारा लाहौर में मेहनत मजदूरी करने के लिए यहाँ पे रहायश पजीर था, लेकिन सफाक कातलों ने उसको गले में फंदा डाल के कत्ल कर दिया। इंसाफ के मुतलाशी हैं। पुलिस ने तमाम शवाहिद की रोशनी में मुलज़मान को गिरफ़्तार कर लिया है। ये वाक़या क्या है, ये मकतूल के करीबी रिश्तेदार और इस मुकदमे के जो मुद्दई हैं उनकी ज़ुबानी जानते हैं। की नाम जो तुहाडा? सरफराज जी। सरफराज जी। ते मरन वाले दा की नाम सी? उमर अली उमर अली जी। की लगदा सी तुहाडा? मेरा भतीजा है भतीजा सी। जी। तो उमर दा वालिद किथे? वो बीमार ने, घर उन्होंने टीबी उन्होंने मरीज़ है? मरीज़ ने। अच्छा, जी। की करन आया सी बच्चा इत्थे लाहौर? ਬੱਚਾ ਇੱਥੇ ਮਜ਼ਦੂਰੀ ਕਰਨ ਆਇਆ ਹੈ, कित्थे करदा सी? ਇੱਥੇ ਘੋੜੇ ਸ਼ਾ ਕਰਦਾ ਹੈ ਦਲਾਵਰ ਚੌਂਕ 'ਚ, अच्छा, ਦਲਾਵਰ ਰੋਡ ਤੇ की काम करदा सी? ਮਠਿਆਈ ਦਾ ਇੱਥੇ ਘੋੜੇ ਸ਼ਕੋੜੇ ਦਾ ਕੰਮ ਕਰਦਾ ਹੈ। अच्छा, वो काम करदा। किन्ने अरसे तो इत्थे सी? ਕੋਈ 5 ਮਾਹ ਤੋਂ ਇੱਥੇ ਸੀ ਤੇ ਬਾਅਦ ਦੇ ਵਿੱਚ ਨਾਲ ਦਾ ਘਰ ਜਾਂਦਾ ਸੀ, ਬਈ 15 ਦਿਨਾਂ ਬਾਅਦ, ਮਹੀਨੇ ਬਾਅਦ ਘਰ ਜਾਂਦਾ ਸੀ। अच्छा, ਜੀ। ਤੇ ਵਾਲਿਦ ਦੀ ਕਫਾਲਤ ਵੀ ਕਰਦਾ ਸੀ? ਜ਼ਾਹਰ ਜੀ ਵਾਲਦ ਨੂੰ ਪੈਸੇ ਦਿੰਦਾ ਹੀ ਜਾ ਕੇ ਸਾਰਾ ਕੁਝ। ਠੀਕ। ਕਿੰਨੇ ਭੈਣ ਭਾਈ ਸਨ? 2 ਭੈਣਾਂ ਨੇ ਤੇ 3 ਭਾਈ ਨੇ। 3 ਭਾਈ ਨੇ। ਕਿੰਨੀ ਉਮਰ ਸੀ ਇਹਦੀ? ਇਹਦੀ 14 ਤੋਂ 15 ਸਾਲ ਉਮਰ ਸੀ। 14 ਤੋਂ 15 ਸਾਲ ਸੀ। ਜੀ। ਠੀਕ ਹੈ। ਹੋਇਆ ਕੀ, ਤੁਹਾਨੂੰ ਕਿਸ ਤਰ੍ਹਾਂ ਇਤਲਾਹ ਮਿਲੀ, ਕੀ ਵਾਕਿਆ ਕੀ ਹੋਇਆ? ਦੇਖੋ ਜੀ, ਇੱਥੇ ਉਹ ਕੰਮ ਕਰਦਾ ਸੀ ਤੇ ਕੋਈ ਉਹਦਾ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ ਹੈ ਕੋਈ ਵੀ। ਇਹ ਜਿਹੜੇ ਮੁੰਡੇ 2 ਨਾਲ ਨੇ, ਇਹਨਾਂ ਨਾਲ ਕੰਮ ਦੀ ਉਹਦੀ ਕੋਈ ਚੋਬਾ ਚਾਬੀ ਹੁੰਦੀ ਰਹਿੰਦੀ ਸੀ ਵੀ ਤੂੰ ਭਾਂਡੇ ਸਹੀ ਨਹੀਂ ਧੋਤੇ, ਤੂੰ ਨਹੀਂ ਸਹੀ ਧੋਤੇ, ਇੰਨਾ ਕੀ ਕੰਮ ਸੀ, ਹੋਰ ਕੋਈ ਗੱਲ ਐਸੀ ਨਹੀਂ ਸੀ ਉਹਨਾਂ ਦੀ। ਠੀਕ ਹੈ। ਤੇ ਕਤਲ ਕਿਸ ਤਰ੍ਹਾਂ ਹੋਇਆ, ਤੁਹਾਨੂੰ ਇਤਲਾਹ ਮਿਲੀ, ਕੀ ਹੋਇਆ? ਸਾਨੂੰ ਇਹਦਾ ਮਾਲਕ ਜਿਹੜਾ ਉਹਨੇ ਇਤਲਾਹ ਕੀਤੀ ਹੈ ਕਿ ਲਾਹੌਰ ਤੁਸੀਂ ਆਪਣਾ ਉਹ ਉਮਰ ਨੂੰ ਕੁਛ ਹੋ ਗਿਆ। ਅੱਛਾ, ਤੇ ਤੇ ਉਮਰ ਨੂੰ ਇੱਥੇ ਛੱਡਿਆ ਸੀ ਤੁਸੀਂ? ਉਹ ਰਹਿੰਦਾ ਵੀ ਇੱਥੇ ਹੀ ਸੀ? ਜੀ, ਰਹਿੰਦਾ ਵੀ ਇੱਥੇ ਸੀ ਰਿਹਾਇਸ਼ ਵੀ ਦਿੱਤੀ ਸੀ ਮਾਲਕ ਨੇ? ਜੀ, ਮਾਲਕ ਨੇ ਰਿਹਾਇਸ਼ ਦਿੱਤੀ ਸੀ। ਔਰ ਖਾਣਾ ਪੀਣਾ ਵੀ ਇੱਥੇ ਸੀ? ਹਾਂਜੀ, ਤੇ ਹਾਂਜੀ। ਤਨਖਾਹ ਕਿੰਨੀ ਸੀ? 15,000 ਰੁਪਏ ਤਨਖਾਹ। 15,000 ਰੁਪਏ ਮਹੀਨੇ ਦੀ ਤਨਖਾਹ ਸੀ? ਜੀ। ਅੱਛਾ, ਉਹਨੇ ਤੁਹਾਨੂੰ ਫੋਨ ਕੀਤਾ ਕਿ ਉਮਰ ਨੂੰ ਕੁਝ ਹੋ ਗਿਆ ਹੈ ਤੇ ਆ ਜਾਓ? ਜੀ ਆ ਤੁਸੀਂ ਆਏ, ਫਿਰ ਕੀ ਹੋਇਆ? ਅਸੀਂ ਹਸਪਤਾਲ ਆਏ ਹਾਂ ਤਾਂ ਅੱਗੋਂ ਹਸਪਤਾਲ ਸਾਡੇ ਆਉਣ ਤੱਕ ਖਤਮ ਹੋ ਗਿਆ ਸੀ। ਖਤਮ ਹੋ ਗਿਆ ਸੀ? ਜੀ। ਤੇ ਉਹ ਪਹਿਲੇ ਇਹ ਪਤਾ ਚੱਲਦਾ ਰਿਹਾ ਕਿ ਉਹਨੇ ਖੁਦਕੁਸ਼ੀ ਕਰ ਲਈ? ਜੀ। ਫਿਰ ਕਿਸ ਤਰ੍ਹਾਂ ਪਤਾ ਲੱਗਾ ਕਿ ਕੌਣ ਨੇ ਕਾਤਲ? ਫਿਰ ਉਹ ਮੁੰਡੇ ਨਾਲ ਹੀ ਕੰਮ ਕਰਦੇ ਹਨ, ਉਹ ਮਾਲਕ ਨੇ ਜੋ ਵੀ ਜਿਹੜਾ ਕੰਮ ਮਾਲਕ ਦੇ ਕੋਲ 3 ਬੰਦੇ ਕੰਮ ਕਰਦੇ ਹਨ, ਉਹ ਮਾਲਕ ਨੇ ਦੱਸਿਆ ਕਿ ਇਹਨਾਂ ਦਾ ਕੰਮ ਹੈ। ਠੀਕ ਹੈ। ਤੁਸੀਂ ਫਿਰ ਮੁਕੱਦਮਾ ਦਰਜ ਕਰਵਾਇਆ? ਜੀ, ਮੁਕੱਦਮਾ ਆਸਾਨੀ ਨਾਲ ਮੁਕੱਦਮਾ ਦਰਜ ਜੀ, ਹੋ ਗਿਆ? ਬਿਲਕੁਲ ਆਸਾਨੀ ਨਾਲ। ਠੀਕ ਹੈ। ਔਰ ਪੁਲਿਸ ਨੇ ਕਿੰਨੀ ਕੁ ਮਦਦ ਕੀਤੀ? ਪੁਲਿਸ ਨੇ ਸਾਡੀ ਸਾਰੀ ਮਦਦ ਕੀਤੀ ਹੈ, ਸਹੀ ਮਦਦ ਕੀਤੀ ਹੈ, ਬਿਹਤਰੀਨ। ਮੁਲਜ਼ਮ ਫੜੇ ਗਏ? ਜੀ, ਮੁਲਜ਼ਮ ਫੜੇ ਗਏ। ਔਰ ਉਹਦੇ ਘਰ ਦੇ ਵਿੱਚ ਕੀ ਕੋਹਰਾਮ ਮਚਿਆ? ਵਾਲਿਦ ਤਾਂ ਆਲਰੇਡੀ ਟੀਬੀ ਦਾ ਮਰੀਜ਼ ਹੈ, ਵਾਲਦਾ ਹੈ? ਵਾਲਦਾ ਹੈ ਲੇਕਿਨ ਬਹੁਤ ਗਰੀਬ ਨੇ ਜੀ। ਉਹ ਵਾਲਦ ਤੇ ਨਾਨ ਦੇ ਭਿਆਈ ਮੰਜੀ ਤੇ ਇਸ ਬੱਚੇ ਦੇ ਆਸਰੇ ਤੇ ਹਨ, ਤਾਂ ਹੀ ਅੰਡੇ ਇੱਕ ਬੱਚੇ ਨੂੰ ਨਾਨ ਦਾ ਇੱਥੇ ਕੱਢਿਆ ਸੀ ਬਾਹਰ ਵੀ, ਚਲੋ ਕੋਈ ਮਾਂ ਪਿਓ ਦਾ ਆਸਰਾ ਪਿਆ ਕਰੇ ਤਾਂ। ਵਾਲਦ ਤੇ ਹੈ ਬਿਲਕੁਲ ਮੰਜੀ ਤੇ। ਉਹ ਤੇ ਦੇਖੋ ਇੱਥੇ ਦੀ ਕੰਮ ਨਹੀਂ ਨੱਪੜ ਸਕਿਆ ਤੇ ਕਿੰਨੇ ਦਿਨ ਹੋਏ ਇਹਨਾਂ ਨੂੰ, ਉਹ ਇੰਨਾ ਸਫ਼ਰ ਹੀ ਨਹੀਂ ਕਰ ਸਕਦਾ। ਉਹ ਬਸ ਵਾਸ਼ਰੂਮ ਤੇ ਕहीं ਜਾ ਸਕਦਾ ਤੇ ਉੱਥੋਂ ਫਿਰ ਵਾਪਸ ਇਹ ਆਈ ਮੰਜੀ ਦੇ ਉੱਤੇ ਆ। ਠੀਕ ਹੈ। ਤੇ ਇਨਸਾਫ ਮਿਲ ਰਿਹਾ? ਜੀ, ਇਨਸਾਫ ਮਿਲ ਰਿਹਾ। ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ? ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜੀ, ਜਿਹੜੇ ਬੰਦਿਆਂ ਨੇ ਜ਼ੁਲਮ ਕੀਤਾ, ਜ਼ੁਲਮ ਦੀ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ। ਠੀਕ ਹੈ। ਇਹ ਦਿਓ ਮਾਈਕ ਦਿਓ ਇਹਨਾਂ ਨੂੰ। ਕੀ ਨਾਮ ਹੈ ਭਾਈ ਤੁਹਾਡਾ? ਜੀ, ਮੇਰਾ ਨਾਮ ਸ਼ਬੀਰ ਸੈਨ।
ਸ਼ਬੀਰ ਸਾਹਿਬ ਮਾਈਕ ਕਰੀਬ ਕਰੋ ਜ਼ਰਾ। ਤੇ ਸ਼ਬੀਰ ਸਾਹਿਬ ਉਮਰ ਕੀ ਲੱਗਦਾ ਸੀ ਤੁਹਾਡਾ? ਉਮਰ ਭਤਰੀਆ ਹਜੇ ਸਾਡਾ ਅੱਛਾ, ਭਤੀਜਾ ਸੀ। ਜੋ ਮੇਰੇ ਚਾਚੇ ਦਾ ਪੁੱਤਰ ਸੀ ਉਹਦਾ ਵਾਲਦ। ਅੱਛਾ, ਤੇ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਉਹਦੀ ਦੁਸ਼ਮਣੀ ਸੀ? ਕੀ ਪਤਾ ਲੱਗਾ ਕਿਉਂ ਕਿਸੇ ਨੂੰ ਮਾਰੇਗਾ ਕੋਈ? ਸਰ ਦੁਸ਼ਮਣੀ ਕੋਈ ਵੀ ਨਹੀਂ ਸੀ, ਹੈ ਵੀ ਉਹਦੀ ਕੰਮ ਵਾਸਤੇ ਹੀ ਉਹਨੂੰ ਭੇਜਿਆ ਸੀ। ਤੇ ਨਿੱਕੇ ਮੋਟੀਆਂ ਉਹਦੀਆਂ ਉਹਨਾਂ ਜਿਹੜੇ ਨਾਲ ਬੰਦੇ ਕੰਮ ਕਰਦੇ ਨੇ ਉਹਨਾਂ ਨਾਲ ਹੀ ਮਾੜਾ ਮੋਟਾ ਉਹ ਜਿਹੜੀ ਹੈ ਸੀ, ਹੋਰ ਕੋਈ ਐਸੀ ਸਾਡੀ ਦੁਸ਼ਮਣੀ ਨਹੀਂ ਸੀ, ਹੈ ਵੀ ਉਹਨਾਂ ਨਾਲ। ਅੱਛਾ, ਤੇ ਵਾਲਦ ਜਿਹੜਾ ਉਹਦਾ ਬੜਾ ਬਿਮਾਰ ਹੈ, ਹਾਂਜੀ ਕਫੀਲ ਸੀ ਘਰ ਦਾ, ਸਿਸਟਮ ਉਹਦਾ ਨਾਲ ਤਨਖਾਹ ਤੋਂ ਉਹਦਾ ਗੁਜ਼ਾਰਾ ਹੁੰਦਾ ਸੀ ਵਾਲਦ ਦਾ। ਜੀ ਸਰ ਬਹੁਤ ਪਰੇਸ਼ਾਨ ਉਹਦਾ ਵਾਲਦ ਉਹਦਾ, ਜਿਸ ਤਰ੍ਹਾਂ ਮੇਰੇ ਭਾਈ ਨੇ ਦੱਸਿਆ ਕਿ ਮੰਜੀ ਤੋਂ ਸਿਰਫ ਵਾਸ਼ਰੂਮ ਤੱਕ ਜਾਣ ਜੋ ਹੈ, ਅੱਛਾ। ਐਡਾ ਕਮਜ਼ੋਰ ਹੈ। ਔਰ ਨਿੱਕੇ ਨਿੱਕੇ ਉਹਦੇ ਦੋ ਭਰਾ ਨੇ ਸਰ, ਦੋ ਉਹਦੀਆਂ ਮਸ਼ੀਰਾਂ ਨੇ, ਉਹ ਵੱਡੀਆਂ ਨੇ, ਤੇ ਬਹੁਤ ਹੀ ਪਰੇਸ਼ਾਨ ਹੈ ਉਹਦਾ ਘਰ ਦਾ ਨਿਜ਼ਾਮ ਕਿ ਆਸੇ ਪਾਸੋਂ ਭੈਣਾਂ ਭਰਾ ਕੋਈ ਉਹਨੂੰ 10-20 ਦੇ ਕੇ ਤੇ ਉਹਦਾ ਟਾਈਮ ਪਾਸ ਕਰ ਰਹੇ ਨੇ। ਅੱਛਾ, ਐਡੇ ਉਹਦੀ ਸੂਰਤ ਹਾਲ ਖਰਾਬ ਹੈ। ਐਸੇ ਵਾਸਤੇ ਹੀ ਉਹਨੇ ਆਪਣਾ ਬੇਟਾ ਜਿਹੜਾ ਹੈ ਕੰਮ ਤੇ ਭੇਜ ਦਿੱਤਾ ਸੀ ਕਿ ਚਲੋ ਕਿਤੇ ਜਾ ਕੇ ਕੰਮ ਕਰੇ ਤੇ ਮੇਰਾ ਵੀ ਕੋਈ ਨਿਜ਼ਾਮ ਪਿਆ ਚੱਲੇ। ਅੱਛਾ, ਜਦੋਂ ਉਹਦਾ ਕਤਲ ਹੋਇਆ ਉਦੋਂ ਤੁਸੀਂ ਇੱਥੇ ਲਾਹੌਰ ਆਏ ਸੋ? ਹਾਂਜੀ ਤੇ ਕੀ ਉਹ ਮੁਲਜ਼ਮਾਂ ਨੇ ਕਿਉਂ ਮਾਰਿਆ? ਕੋਈ ਮਾਲਕ ਨੇ ਕੀ ਦੱਸਿਆ ਕਿ ਇਹਨਾਂ ਦੀ ਕੀ ਚੱਪਲਸ ਸੀ, ਕਿਉਂ ਕਤਲ ਕਰ ਦਿੱਤਾ? ਛੋਟੀ ਜੀ ਗੱਲ ਤੋਂ ਕਿ ਸਿਰਫ ਬਰਤਨ ਸਹੀ ਨਹੀਂ ਧੋਂਦਾ ਜਾਂ ਕੰਮ ਸਹੀ ਨਹੀਂ ਕਰਦਾ, ਕਿਸੇ ਦੀ ਕੋਈ ਜਾਨ ਲੈ ਸਕਦਾ? ਐਸੇ ਵਜ੍ਹਾ ਤੋਂ ਇਹਨਾਂ ਦੀ ਮਾਲਕ ਸਾਡਾ ਜਿਹਦੇ ਕੋਲ ਅਸੀਂ ਇਹਨੂੰ ਭੇਜਿਆ ਸੀ, ਉਹ ਮਾਲਕ ਵੀ ਸਾਡੇ ਗਿਆ ਇਹੀ ਗੱਲ ਦੱਸਦਾ ਸਾਨੂੰ ਕਿ ਵੀ ਇਹਨਾਂ ਯਾਰ ਨਿੱਕੀਆਂ ਨਿੱਕੀਆਂ ਗੱਲਾਂ ਦੇ ਤੂੰ ਇਹ ਲੜਦੇ ਰਹਿੰਦੇ ਹਨ। ਹਾਂ, ਤੇ ਮੈਨੂੰ ਇਹਨਾਂ ਮੁੰਡਿਆਂ ਦੀ ਸ਼ੱਕ ਹੈ ਤੇ ਉਹ ਹੀ ਮੁੰਡੇ ਜਿਹੜੇ ਇਹਨੂੰ ਨੱਸ ਗਏ ਨੇ ਕਿਰੇ। ਜਿਉਂ ਮੈਂ ਉੱਥੋਂ ਇਹਨੂੰ ਰਿਸੀਵ ਕੀਤਾ ਤੇ ਹਸਪੀਟਲ ਲੈ ਕੇ ਆਇਆ ਤੇ ਪਿੱਛੋਂ ਮੁੰਡੇ ਨੱਸ ਗਏ ਨੇ। ਅੱਛਾ, ਉਸ ਤੋਂ ਬਾਅਦ ਉਹਨਾਂ ਤੇ ਸ਼ੱਕ ਸਾਡਾ ਪੱਕਾ ਹੋ ਗਿਆ। ਅੱਗੋਂ ਪੁਲਿਸ ਨੇ ਮਦਦ ਕੀਤੀ ਹੈ ਸਾਡੀ, ਬਹੁਤ ਅੱਛੀ ਮਦਦ ਕੀਤੀ ਹੈ। ਉਹਨਾਂ ਨੂੰ ਤਲਾਸ਼ ਕਰਕੇ ਲਿਆਂਦਾ, ਲਿਆ ਕੇ ਉਹਨਾਂ ਆਪਣਾ ਜੁਰਮ ਕਬੂਲ ਕੀਤਾ। ਠੀਕ ਹੈ। ਇਹ ਦੱਸੋ ਕਿ ਜਦੋਂ ਇੱਕ ਜਵਾਨ ਬੱਚੇ ਦੀ ਈਦ ਤੋਂ 2 ਦਿਨ ਪਹਿਲੇ ਘਰ ਲਾਸ਼ ਗਈ ਸੀ ਜੀ ਜੀ, ਤੇ ਬਹੁਤ ਕੋਹਰਾਮ ਮਚਿਆ ਉਹਨਾਂ ਤੇ। ਕਿਆਮਤ ਦਾ ਨਿਜ਼ਾਮ ਸੀ ਸਾਡੇ ਘਰ ਸਰ, ਐਡਾ ਕੁ ਵੱਡਾ ਨਿਜ਼ਾਮ ਸੀ ਕਿ ਸਾਨੂੰ ਸਮਝ ਲਓ ਕਿ 24 ਘੰਟੇ ਡੈੱਡ ਬਾਡੀ ਲੈ ਕੇ ਰਿਸੀਵ ਕਰਕੇ ਉੱਥੇ ਖੜਨੇ ਵਾਸਤੇ ਸਾਡੇ ਜਿੰਨੇ ਫੈਮਿਲੀ ਆਏ ਬਾਹਰ ਗਲੀਆਂ ਦੇ ਵਿੱਚ ਰੋਂਦੀ ਰਹੀ ਹੈ। ਅਸੀਂ ਗਾਉਂ ਦੇ ਵਿੱਚ ਰਹਿਣ ਵਾਲੇ ਲੋਕ ਹਾਂ ਤੇ ਉੱਥੇ ਗਲੀਆਂ ਦੇ ਵਿੱਚ ਸਮਝ ਲਓ ਕਿ ਜਿੰਨਾ ਤੱਕ ਅਸੀਂ ਡੈੱਡ ਬਾਡੀ ਲੈ ਕੇ ਆਪਣੇ ਘਰ ਨਹੀਂ ਗਏ ਉਹਨਾਂ ਤੱਕ ਤੀਕਰ ਸਾਡੇ ਜੀ ਸਾਰੇ ਬਾਹਰ ਗਲੀਆਂ ਦੇ ਵਿੱਚ ਰਹੇ ਨੇ। ਠੀਕ ਹੈ। ਧੀਆਂ ਭੈਣਾਂ ਕਿਹੜੀ ਸਾਡੀਆਂ। ਜਗ੍ਹਾ ਤੇ ਰਹਿਣ ਵਾਲਾ ਸੀ? ਅਸੀਂ ਸਾਰੇ ਹੈਡਮਰਾਲੇ ਦੇ ਅਗਲੇ ਪਾਸੇ ਕੁਰੀ ਸ਼ਰੀਫ ਪਿੰਡ ਹੈ, ਜ਼ਿਲ੍ਹਾ ਗੁਜਰਾਤ ਹੈ ਸਾਡਾ। ਅੱਛਾ, ਤੇ ਉੱਥੇ ਗਰੀਬ ਘਰ ਹਾਂਜੀ। ਦਾ ਬੱਚਾ ਸੀ? ਹਾਂਜੀ ਗਰੀਬ ਘਰ ਦਾ ਸਰ। ਤੇ ਉਹਦਾ ਵਾਲਦ ਕੀ ਕਰਦਾ ਸੀ? ਵਾਲਦ ਵਾਲਾ ਸਰ ਕੁਛ ਵੀ ਨਹੀਂ, ਉਹਨੇ ਕੀ ਕਰਨਾ, ਮਰੀਜ਼ ਆਦਮੀ ਹੈ। ਐਸੇ ਤਰ੍ਹਾਂ ਹੀ ਭੈਣਾਂ ਭਰਾਵਾਂ ਨੇ ਕਿਸੇ ਨੂੰ ਮਦਦ ਮਦਦ ਕੀਤੀ ਤੇ ਆਪਣਾ ਉਹ ਟਾਈਮ ਪਾਸ ਕਰ ਰਿਹਾ ਸੀ। ਠੀਕ ਹੈ। ਤੇ ਇਸ ਤੋਂ ਪਹਿਲੇ ਵੀ ਕਿਤੇ ਬੱਚਾ ਕੰਮ ਕਰਦਾ ਸੀ? ਨਹੀਂ, ਇਸ ਤੋਂ ਪਹਿਲੇ ਸਾਰੇ ਕੋਈ ਕੰਮ ਨਹੀਂ ਸੀ ਕਰਦਾ। ਠੀਕ ਹੋ ਗਿਆ। ਔਰ ਜਿੰਨਾ ਉਹ ਬਿਮਾਰ ਹੈ ਵਾਲਿਦ, ਜੀ ਔਰ ਹੁਣ ਉਹਦੀ ਤਬੀਅਤ ਕੈਸੀ ਹੈ? ਬਹੁਤ ਹੀ ਖਰਾਬ ਤਬੀਅਤ ਹੈ ਉਹਦੀ ਸਰ। ਇੰਨਾ ਕਿ ਉਹਦੀ ਵਾਲਦਾ ਉਹਦਾ ਵਾਲਦ ਉਹਦੀਆਂ ਮਸ਼ੀਰਾਂ ਅੱਜ ਬਹੁਤ ਜ਼ਿਆਦਾ ਦਿਨ ਹੋ ਗਏ ਨੇ ਕਿ ਉਹ ਖਾਣਾ ਤਿੱਕਰ ਨਹੀਂ ਖਾ ਰਹੇ। ਅਸੀਂ ਬੜਿਆ ਮੁਸ਼ਕਲਾਤ ਨਾਲ ਉਹਨੂੰ ਚਾਹ ਬੜਾ ਮੁਸ਼ਕਲ ਨਾਲ ਉਹਨਾਂ ਨੂੰ ਪਿਲਾਉਂਦੇ, ਉਹ ਵੀ ਬਹੁਤ ਨਹੀਂ ਪੀ ਰਹੇ। ਉਹ ਐਸੇ ਪਰੇਸ਼ਾਨੀ 'ਚ ਨੇ ਕਿ ਸਾਡੇ ਬੱਚੇ ਨਾਲ ਐਡਾ ਵੱਡਾ ਜੁਰਮ ਹੋ ਗਿਆ। ਅਸੀਂ ਇਹੋ ਜਿਹੀਆਂ ਕਮਾਈਆਂ ਨਾ ਖਾਂਦੇ ਨਾ ਸਾਡੇ ਨਾਲ ਐਡਾ ਵੱਡਾ ਜੁਰਮ ਹੁੰਦਾ। ਜੁਰਮ ਸਾਡੇ ਨਾਲ ਹੋ ਗਿਆ ਕਿ ਅਸੀਂ ਗਰੀਬ ਸਾਂ ਤੇ ਅਸੀਂ ਕਮਾਈ ਕਰਨੇ ਵਾਸਤੇ ਇਸ ਬੱਚੇ ਨੂੰ ਢੋਰਿਆ ਤੇ ਸਾਡੇ ਗਾਲਾਂ ਪੈ ਗਿਆ। ਅਗਰ ਜੇ ਅਸੀਂ ਇਹਨੂੰ ਨਾ ਢੋਰਦੇ ਤੇ ਕਮ ਸੇ ਕਮ ਜ਼ਿੰਦਾ ਤੇ ਰਹਿੰਦਾ ਸਾਡੇ ਕੋਲ। ਸਾਡੇ ਨਾਲ ਬਹੁਤ ਬੜਾ ਜੁਰਮ ਹੋ ਗਿਆ ਤੇ ਸਾਡੇ ਬੱਚੇ ਨੂੰ ਕਿਸੇ ਤਰੀਕੇ ਕਾਰ ਨਾਲ ਇਹਦੇ ਜਿਹੜੇ ਮੁਜਰਮ ਨੇ ਉਹ ਆਪਣੇ ਮੰਜ਼ਿਲ ਤੇ ਪਹੁੰਚਣੇ ਚਾਹੀਦੇ ਨੇ। ਨਾ ਜਿੱਡੀ ਜ਼ਿਆਦਤੀ ਕੀਤੀ ਹੈ ਸਾਡਾ ਤਾਂ ਅਸਾਂ ਬੱਚੀਆਂ ਨੇ, ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਸਰ, ਉਹ ਨਹੀਂ ਇਸ ਗੱਲ ਤੇ ਮੁਤਮਿਨ ਹੁੰਦੀਆਂ, ਕਹਿੰਦੀਆਂ ਸਾਡੇ ਭਰਾ ਨੂੰ ਜਿਹਨੇ ਮਾਰਿਆ ਉਹਨੂੰ ਆਪਣੀ ਸਜ਼ਾ ਪੂਰੀ ਮਿਲਣੀ ਚਾਹੀਦੀ ਹੈ। ਇਹ ਸਹੂਲਤ ਹਾਲ ਹੈ ਸਰ ਉਹਦੇ ਘਰ ਦੀ। ਉਹ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਤੁਸੀਂ ਮਿਲੇ ਹੋ, ਦੇਖਿਆ ਉਹਨਾਂ ਨੂੰ, ਪੁੱਛਿਆ ਹਾਂਜੀ। ਕੀ ਕਹਿੰਦੇ ਨੇ ਕਿ ਕੀ ਜ਼ੁਲਮ ਕੀਤਾ? ਮੁੰਡਾ ਕਹਿੰਦਾ ਕਿ ਮੈਂ ਉੱਥੇ ਕੁਆਟਰ 'ਚ ਗਿਆ ਤੇ ਅੱਗੇ ਜਿਹੜਾ ਉਹਨੇ ਮੇਰੇ ਨਾਲ ਗੱਲ ਕੀਤੀ ਤੇ ਉਹਨੂੰ ਮੈਂ ਉਹਦੇ ਗੱਲ ਦੇ ਵਿੱਚ ਪਾ ਕੇ ਨਾਲਾ ਤੇ ਉਹਨੂੰ ਮਾਰ ਛੜਿਆ। ਸਾਡੇ ਕੋਲ ਤੇ ਸਰ ਉਹਦੀ ਪੂਰੀ ਗੱਲ ਸੁਣਨ ਹੋਈ। ਵਜ੍ਹਾ ਕੀ ਦੱਸਦਾ? ਵਜ੍ਹਾ ਕੁਛ ਵੀ ਨਹੀਂ ਦੱਸਦਾ ਹੈ ਵੀ ਉਹ। ਇਹੀ ਬਸ ਵਜ੍ਹਾ ਦੱਸਦਾ? ਮੈਂ ਉੱਤੇ ਗਿਆ, ਜਾ ਕੇ ਉਹਦੇ ਨਾਲ ਗੱਲ ਕੀਤੀ ਹੈ ਤੇ ਉਹਦੇ ਮੈਂ ਗੱਲ, ਉਹ ਛੁੱਟੀ ਤੇ ਜਾਣਾ ਚਾਹੁੰਦਾ ਸੀ, ਕੋਈ ਐਸੀ ਗੱਲ ਸੀ? ਸਰ ਉਹ ਛੁੱਟੀ ਤੇ ਐਡਮਿਟ ਕੀ ਸੀ, ਜਾਣਾ ਸੀ ਉਹਨੇ ਛੁੱਟੀ ਤੇ ਉਹਨੇ ਜਾਣਾ ਸੀ। ਘਰ ਫੋਨ ਕੀਤਾ ਹੋਣਾ ਕਿ ਮੈਂ ਆਵਾਂਗਾ ਹਾਂਜੀ। ਇੱਥੇ, ਕੋਈ
ਜਿਸ ਦਿਨ ਕਤਲ ਹੋਇਆ ਸਰ ਉਸ ਦਿਨ ਉਹਨੇ ਕਾਲ ਕੀਤੀ ਹੈ। ਆਪਣੇ ਘਰ ਵਾਲਦ ਨੂੰ? ਦਿਨ ਦੇ ਟਾਈਮ ਉਹਨੇ ਆਪਣੀ ਵਾਲਦਾ ਨੂੰ ਕਾਲ ਕੀਤੀ ਹੈ, ਪਰ ਕਿ ਉਹਨੇ ਦੱਸਿਆ ਕਿ ਮੈਂ ਆਉਣਾ ਚਾਹੁੰਦਾ, ਮੈਂ ਕੱਲ ਘਰ ਆ ਜਾਂਦਾ। ਅੱਗੋਂ ਸ਼ਾਮ ਨੂੰ ਸਾਨੂੰ ਇਹ ਪਤਾ ਮਿਲ ਗਿਆ। ये दोनों रिश्तेदार हैं करीबी, और मकतूल जो है वो ईद की छुट्टियों पे अपने वालदैन अपने बहन भाइयों के साथ ईद गुजारने के लिए जाना चाहता था, और सफाक कातलों ने गले में उजार बंद डालकर उसको गला दबाकर कत्ल कर दिया। खुद तो ना जा सका, लेकिन उसकी लाश उसके गांव में पहुंची। क्या कोहराम मचा होगा कि ईद से पहले और ईद की खुशियों में उसकी डेड बॉडी घर वसूल हुई। मज़ीद रिश्तेदार इस बारे में क्या कहते हैं, ये भी हम आपको आगे चल कर सुनाते हैं। मकतूल उमर के मज़ीद जो रिश्तेदार क्या कहते हैं उसके कत्ल के वाक़े के बारे में, और घर वालों और ख़ानदान वालों का क्या दुख है, ये भी हम दीगर रिश्तेदारों की ज़ुबानी जानते हैं। ਤੁਹਾਡਾ ਕੀ ਲੱਗਦਾ ਸੀ ਜੀ ਉਮਰ? जी मेरे मामू का बेटा। ਮਾਮੂ ਦਾ ਬੇਟਾ ਸੀ? जी ਤੇ ਕੀ ਨਾਮ ਹੈ ਤੁਹਾਡਾ? जी मेरा नाम नदीम अख्तर। ਨਦੀਮ ਅਖਤਰ। जी ਨਦੀਮ ਸਾਹਿਬ, ਕੀ ਦੁੱਖ ਹੈ ਖਾਨਦਾਨ ਦੇ ਵਿੱਚ, ਪਰੇਸ਼ਾਨੀ ਕੋਈ ਦੱਸੋ? ਉੱਥੇ ਦੇ ਮਾਪਿਓ ਕੀ ਕਹਿੰਦੇ ਨੇ, ਰਿਸ਼ਤੇਦਾਰ ਕੀ ਕਹਿੰਦੇ ਨੇ? ਕਿਉਂਕਿ ਕਮਾਨ ਵਾਲਾ ਸੀ ਵਾਹਿਦ ਘਰ ਦਾ। देखें सर ਸਾਡੇ ਘਰ ਤੇ ਕਿਆਮਤ ਆਈ ਪਈ ਹੈ, ਠੀਕ ਹੈ। ਗਰੀਬ ਵਾਲਦੈਨ ਹਨ ਤੇ ਉਹਨਾਂ ਨੇ ਬੱਚਾ ਛੋਟੀ ਉਮਰ 'ਚ ਘੱਲ ਦਿੱਤਾ ਸੀ ਪ੍ਰਦੇਸ਼ 'ਚ ਮਜ਼ਦੂਰੀ ਕਰਨ। ਜਵਾਨ ਭੈਣਾਂ ਨੇ ਉਹਦੀਆਂ, ਠੀਕ ਹੈ, ਤੇ ਆਇਆ ਸੀ ਮਜ਼ਦੂਰੀ ਕਰਨ ਤੇ ਜ਼ਾਲਮਾਂ ਅੱਗੇ ਚੜ ਗਿਆ ਤੇ ਉਹਨਾਂ ਨੇ ਘਰ ਹੜਿਆ, ਠੀਕ ਹੈ। ਤੇ ਸਾਡਾ ਹਕੂਮਤ ਅੱਗੇ ਰਿਕੁਐਸਟ ਹੈ ਕਿ ਉਹਦੇ ਵਾਲਦੈਨ ਨੂੰ ਮਦਦ ਕੀਤੀ ਜਾਏ, ਉਹਦੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੱਕ ਪਹੁੰਚਾਇਆ ਜਾਏ ਜੀ। ਅੱਛਾ ਦੱਸੋ ਕਿ ਵਾਲਿਦ, ਤੁਸੀਂ ਪਹਿਲੇ ਵੀ ਸਾਡੀ ਗੱਲ ਹੋਈ, ਜਿਹੜੇ ਮੁਕੱਦਮੇ ਦੇ ਮੁੱਦਈ ਨੇ, ਜੀ। ਉਹਨਾਂ ਨੇ ਦੱਸਿਆ ਕਿ ਵਾਲਿਦ ਬਿਮਾਰ ਹੈ। ਕੀ ਹੋਇਆ? ਵਾਲਿਦ ਇੰਨਾ ਜ਼ਿਆਦਾ ਬਿਮਾਰ ਹੈ ਕਿ ਮੁੱਦਈ ਵੀ ਨਹੀਂ ਮੰਨ ਸਕਿਆ ਉਹ ਮੁਕੱਦਮੇ ਦਾ? ਸਰ ਵਾਲਦ ਦਾ ਕਾਫੀ ਦੇਰ ਤੋਂ ਬਿਮਾਰ ਹੈ, ਟੀਵੀ ਹੈ ਉਹਨਾਂ ਨੂੰ। ਟੀਬੀ ਹੈ? ਟੀਵੀ ਹੈ, ਤੇ ਉੱਥੇ ਇਲਾਜ ਵਗੈਰਾ ਕਰਵਾ ਰਹੇ ਨੇ, ਲੇਕਿਨ ਨਹੀਂ ਉੱਥੇ ਹਸਪੀਟਲ ਹੈ? ਉਸ ਹੱਦ ਤੱਕ ਇਲਾਜ ਵੀ ਨਹੀਂ ਕਰਵਾ ਰਹੇ ਗਰੀਬ ਨੇ। ਅੱਛਾ, ਠੀਕ ਹੈ। ਗੁਰਬਤ ਦੀ ਵਜ੍ਹਾ? ਗੁਰਬਤ ਦੀ ਵਜ੍ਹਾ ਤੋਂ। ਤੇ ਸਰ ਵਾਲਦ ਇਤਨਾ ਕੁ ਬਿਮਾਰ ਹੈ ਕਿ ਮੰਜੀ ਤੋਂ ਵਾਸ਼ਰੂਮ ਤੋਂ ਵਾਪਸ ਆਪਣੀ ਚਾਰਪਾਈ ਤੇ ਇਤਨਾ ਸਫ਼ਰ ਵੀ ਨਹੀਂ ਉਹ ਕਰ ਸਕਦਾ ਕਿ ਲਾਹੌਰ ਵੀ ਆ ਜੇ ਜੀ। ਅੱਛਾ ਦੱਸੋ ਕਿ ਉੱਥੇ ਕੋਈ ਇਲਾਜ ਮੁਆਲਜੇ ਵਾਸਤੇ ਕੋਈ ਜਗ੍ਹਾ, ਕੋਈ ਹਸਪੀਟਲ ਕੋਈ ਨਹੀਂ ਹੈ ਕਿ ਇੰਨਾ ਜ਼ਿਆਦਾ ਉਹਦੀ ਹਾਲਤ ਖਰਾਬ ਹੈ? ਜੀ ਸਰ ਇਲਾਜ ਵਾਲਜੇ ਵਾਸਤੇ ਹਸਪੀਟਲ ਹੈ ਨੇ, ਸਰਕਾਰੀ ਹਸਪੀਟਲ 'ਚ ਇਲਾਜ ਉਹਨਾਂ ਦਾ ਅਸੀਂ ਕਰਵਾ ਰਹੇ ਹਾਂ ਅੱਛਾ ਜੀ। ਤੇ ਕੈਸੀ ਹੁਣ ਕੀ ਬਿਹਤਰੀ ਦੀ ਤਵੱਕੋ ਹੈ, ਕੀ ਹੋ ਸਕਦਾ ਉਹਨਾਂ ਵਾਸਤੇ? ਤੁਸੀਂ ਹਕੂਮਤ ਨੂੰ ਵੀ ਮੁਤਾਲਬਾ ਕਰ ਰਹੇ ਹੋ, ਤੇ ਕਿਆ ਕੋਈ ਪੈਸੇ ਦਰਕਾਰ ਨੇ? ਕੋਈ ਪੈਸੇ ਨਹੀਂ ਨੇ? ਕਿਸ ਵਜ੍ਹਾ ਤੋਂ ਇਲਾਜ ਪ੍ਰੋਪਰ ਨਹੀਂ ਹੋ ਪਾ ਰਿਹਾ? ਸਰ ਦੇਖੋ, ਇਲਾਜ ਪ੍ਰੋਪਰ ਹੋਰ ਪਾਏ ਜਾਂ ਨਾ ਪਾਏ, ਜਿਹੜੀ ਹੁਣ ਉਹਨੂੰ ਡਜ਼ ਲੱਗ ਗਈ ਉਹਦੇ ਵਾਲਦ ਨੂੰ, ਇਸ ਬੱਚੇ ਦਾ ਜਿਹੜਾ ਦੁੱਖ ਉਹਨੂੰ ਲੱਗ ਗਿਆ, ਇਹ ਤਾਂ ਮੈਂ ਕਹਿੰਦਾ ਕਿ ਕਦੇ ਨਾ ਠੀਕ ਹੋਣ ਵਾਲਾ ਕੰਮ ਹੈ। ਤੇ ਉਹਦੇ ਵਿੱਚ ਸਾਡਾ ਜਿਹੜਾ ਸਾਡੇ ਵਾਸਤੇ ਬਿਹਤਰੀ ਹੈ ਕਿ ਉਹਦੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕੜੀ ਤੋਂ ਕੜੀ ਸਜ਼ਾ मिलनी चाहिए। हाँ जी। ठीक है। इस मुकदमे में एक जो शहादती हैं जिनकी गवाही इस मुकदमे में शामिल है, वो भी हमारे साथ हैं। उनसे पूछते हैं कि क्या वाक़या था, कब और कैसे हुआ। की नाम है जी ਤੁਹਾਡਾ? ਮੇਰਾ ਨਾਮ ਦਿਲਾਵਰ ਸਾਹਿਬ। ਦਿਲਾਵਰ ਸਾਹਿਬ ਜੀ ਸਰ। ਬੱਚਾ ਕਤਲ ਹੋਇਆ, ਸਭ ਕੁਝ ਪਤਾ ਚੱਲ ਗਿਆ, ਜੀ ਕਿਸ ਤਰ੍ਹਾਂ ਹੋਇਆ ਤੇ ਇਨਸਾਫ ਵੀ ਹੋ ਰਿਹਾ ਹੈ, ਕੀ ਕਹਿਣਾ ਚਾਹते ਹੋ? ਇਨਸਾਫ ਤਾਂ ਪੁਲਿਸ ਕਰ ਰਹੀ ਸਰ, ਲੇਕਿਨ ਉਹਨਾਂ ਦੇ ਮਾਂ-ਬਾਪ ਬਹੁਤ ਗਰੀਬ ਆਦਮੀ ਨੇ, ਉਹਨਾਂ ਦੀ ਮਦਦ ਕੀਤੀ ਜਾਏ ਔਰ ਇਨਸਾਫ ਦਿੱਤਾ ਜਾਏ ਉਹਨਾਂ ਨੂੰ। ਇੱਕ ਮਾਸੂਮ ਬੱਚਾ ਸੀ ਉਹਨਾਂ ਦਾ 15 ਸਾਲ ਦੀ ਉਮਰ ਦਾ, ਛੋਟਾ, ਉਹਨਾਂ ਦੀ ਘਰ ਦਾ ਸਰਬਰਾਹ ਸੀ ਉਹ, ਤੇ ਉਹਨਾਂ ਮਜ਼ਦੂਰੀ ਵਾਸਤੇ ਟੁਰਿਆ ਸੀ। ਤੇ ਇੱਥੇ ਜਨਾਬ ਉਹਨਾਂ ਉਹਦੇ ਨਾਲ ਜਿਹੜੇ ਕੰਮ ਕਰਨ ਵਾਲੇ ਹਨ, ਉਹਨਾਂ ਰਲ ਕੇ ਦੋਵੇਂ ਭਰਾਵਾਂ ਨੇ ਮਿਲ ਕੇ ਤੇ ਉਹਨੂੰ ਕਤਲ ਕਰ ਦਿੱਤਾ। ਤੇ ਸਾਨੂੰ ਤਲਾਹ ਉਹਦੇ ਜਿਹੜਾ ਮਾਲਕ ਸੀ ਜਿਹਦੇ ਕੋਲ ਕੰਮ ਕਰਦੇ ਹਨ, ਉਹਨੇ ਤਲਾਹ ਦਿੱਤੀ ਵੀ ਅਜੇ ਤੁਹਾਡਾ ਬੱਚਾ, ਉਹਦੇ ਨਾਲ ਇਹ ਮਸਲਾ ਬਣ ਗਿਆ। ਉਹ ਜਿਹੜੇ ਕਤਲ ਕਰਨ ਵਾਲੇ ਨੇ ਉਹ ਵੀ ਤੇ ਮਜ਼ਦੂਰ ਹੀ ਹੋਣੇ ਨੇ? ਕਿ ਮਜ਼ਦੂਰ ਉਹ ਵੀ ਕੰਮ ਕਰਨ ਵਾਲੇ ਨੇ, ਇੱਕ ਬੰਦੇ ਕੋਲ ਹੀ ਕੰਮ ਕਰਦੇ ਹਨ। ਗਰੀਬ ਲੋਕ ਹੋਣਗੇ ਸਾਰੇ, ਉਹ ਗਰੀਬ ਹੀ ਤਾਂ ਹੀ ਕੰਮ ਕਰਨ ਆਏ ਨੇ, ਮਜ਼ਦੂਰੀ ਕਰਨ ਆਏ ਨੇ। ਹੋਰ ਕੋਈ ਉਹ ਦੂਸਰੇ ਸ਼ਹਿਰ ਤੋਂ ਤਾਲੁਕ ਹੈ ਉਹਨਾਂ ਦਾ? ਉਹ ਕੋਈ ਸਰਗੋਦੇ ਸ਼ਹਿਰ ਤੋਂ ਮੈਂ ਤਾਲੁਕ ਹੈ ਉਹਨਾਂ ਦਾ। ਸਰਗੋਦੇ ਤੋਂ? ਜੀ ਸਰ। ਤੇ ਦੋਨੋਂ ਭਾਈ ਨੇ ਉਹ ਜਾਂ? ਉਹ ਦੋਵੇਂ ਭਾਈ ਨੇ।
ਦੋਨੋਂ ਭਾਈ ਨੇ? ਕਤਲ ਕਰਨ ਵਾਲੇ ਦੋਵੇਂ ਭਾਈ ਨੇ ਅੱਛਾ, ਦੋਨੋਂ ਭਾਈ ਨੇ। ਜੀ ਸਰ। ਤੇ ਉਹ ਕਿੰਨੇ ਅਰਸੇ ਤੋਂ ਇੱਥੇ ਕੰਮ ਕਰ ਰਹੇ ਸਨ? ਉਹਨਾਂ ਦਾ ਤਾਂ ਖੈਰ ਨਹੀਂ ਪਤਾ, ਜ਼ਾਹਰ ਹੈ ਸਾਡਾ ਬੱਚਾ ਹੈ 3-4 ਮਹੀਨੇ ਤੋਂ ਇੱਥੇ ਕੰਮ ਕਰ ਰਿਹਾ। 3-4 ਮਹੀਨੇ ਤੋਂ? ਮਹੀਨੇ ਬਾਅਦ ਆਉਂਦਾ ਸੀ, ਫਿਰ ਚਲਾ ਜਾਂਦਾ ਸੀ, ਆਉਂਦਾ ਸੀ, ਫਿਰ ਚਲਾ ਜਾਂਦਾ ਸੀ। ਠੀਕ ਹੋ ਗਿਆ। ਜੀ। ਤੇ ਤੁਸੀਂ ਇਹ ਦੱਸੋ ਕਿ ਜਦੋਂ ਤੁਹਾਨੂੰ ਇਤਲਾਹ ਮਿਲੀ, ਪਹਿਲੇ ਤਾਂ ਇਹੀ ਕਿਹਾ ਜਾਂਦਾ ਸੀ ਕਿ ਉਹ ਫਾਂਸੀ ਲਗਾ ਲਈ, ਉਹਨੇ ਆਪਣੇ ਆਪ ਨੂੰ ਫੰਦਾ ਲਗਾ ਕੇ ਤੇ ਆਪ ਮਾਰ ਲਿਆ ਆਪਣੇ ਆਪ ਨੂੰ। ਜੀ। ਤੇ ਫਿਰ ਕਿਸ ਤਰ੍ਹਾਂ ਸ਼ੁਬਾ ਕਿਸ ਤਰ੍ਹਾਂ ਹੋਇਆ ਕਿ ਇਹਨੂੰ ਕਤਲ ਕੀਤਾ ਗਿਆ ਕਿਸੇ ਨੇ? ਕੀ ਤੁਹਾਨੂੰ ਸ਼ੁਬਾ ਸੀ? ਸਰ ਇਹਨਾਂ ਦੋ ਭਰਾਵਾਂ ਦੀ ਪਹਿਲਾਂ ਵੀ ਉਹਦੇ ਨਾਲ ਕੋਈ ਟਸਰਬਾਜ਼ੀ ਆਇਆ ਸੀ। ਘਰ ਗੱਲ ਕੀਤੀ ਉਹਨੇ ਕਦੀ? ਉਹਨੇ ਘਰ ਗੱਲ ਕੀਤੀ ਸੀ, ਮਾਂ ਨਾਲ ਕਰਦਾ ਸੀ, ਤੇ ਮਾਂ ਉਹਦੀ ਨੇ ਉਹਦੇ ਚਾਚੂ ਨਾਲ ਕਰਦੀ, ਸਰਫਰਾਜ਼ ਨਾਲ ਜੁਮਦਈ ਹੈ। ਅੱਛਾ। ਤੇ ਸਰਫਰਾਜ਼ ਨੇ ਵੀ ਉਹਦੇ ਮਾਲਕ ਨਾਲ ਗੱਲ ਕੀਤੀ ਸੀ, ਇਹਨਾਂ ਨੂੰ ਸਮਝਾਇਆ ਕਰ, ਉਹ ਕਾਰੀਗਰ ਨੇ ਤੇ ਇਹਨਾਂ ਕੋਲ ਸ਼ਾਗਿਰਦ ਹੈ, ਤੇ ਪਿਆਰ ਸਲੂਕ ਨਾਲ ਕਰਨ ਦੇ। ਠੀਕ ਹੈ। ਤੇ ਉਹਨੇ ਸਾਨੂੰ ਤਸੱਲੀ ਦਿੱਤੀ ਸੀ ਵੀ ਅੱਜ ਤੋਂ ਬਾਅਦ ਨਹੀਂ ਕਰਨ ਲੱਗੇ। ਠੀਕ ਹੈ। ਉਹਦੇ ਬਾਵਜੂਦ ਵੀ ਉਹਨੇ ਦੋ ਭਰਾਵਾਂ ਨੇ ਮਿਲ ਕੇ, ਤੇ ਉਹਨਾਂ ਥੱਲੇ ਹੈਲਪਰ ਸੀ, ਕੰਮ ਕਰਨ ਵਾਲਾ ਸੀ ਉਹ। ਠੀਕ ਹੈ। ਤੇ ਜ਼ਾਹਰ ਬੱਚਾ ਸੀ, ਕਿਸੇ ਟਾਈਮ ਬੱਚੇ ਕਬਜ਼ਾ ਕਰ ਹੀ ਸਕਦੇ ਨੇ। ਠੀਕ ਹੈ। ਤੇ ਇਹਨਾਂ ਦੋ ਭਰਾਵਾਂ ਨੇ ਮਿਲ ਕੇ ਉਹਨੂੰ ਜਨਾਬ ਮਾਰ ਦਿੱਤਾ। ਬਾਅਦ ਵਿੱਚ ਫੰਦੇ ਦੀ ਸ਼ਕਲ ਬਣਾਉਂਦੇ ਰਹੇ ਨਬਾਰਗੋ। ਬਸ ਜਦੋਂ ਉਹਨੇ ਸਾਨੂੰ ਮੁਖਤਾਰ ਜੋ ਇਹਨਾਂ ਦਾ ਮਾਲਕ ਸੀ, ਉਹਨੇ ਸਾਨੂੰ ਫੋਨ ਕਰਕੇ ਦਿੱਤਾ ਵੀ ਅੱਜ ਤੁਹਾਡੇ ਬੱਚੇ ਨਾਲ ਇਹ ਮਸਲਾ ਬਣ ਗਿਆ। ਅਸੀਂ ਉੱਥੋਂ ਆਏ ਹਾਂ ਤੇ ਅੱਗੋਂ ਹਸਪਤਾਲ ਲੈ ਗਿਆ। ਤੇ ਦੋਵੇਂ ਭਰਾ ਤੇ ਮੌਕੇ ਤੋਂ ਗਾਇਬ ਹੋ ਗਿਆ। ਮਾਲਕ ਮੁਖਤਾਰ ਨੇ ਸਾਨੂੰ ਕਿਹਾ ਕਿ ਬੱਚੇ ਨਾਲ ਇਹ ਹਾਦਸਾ ਹੋ ਗਿਆ, ਉਹਨਾਂ ਦੋ ਭਰਾਵਾਂ ਨੇ ਮਾਰ ਦਿੱਤਾ। ਠੀਕ ਹੈ। ਅੱਜ ਜਦੋਂ ਅਸੀਂ ਆਏ ਹਾਂ ਸਰ, ਉਹ ਹਸਪਤਾਲ ਹਨ ਮੌਜੂਦ। ਠੀਕ ਹੈ। ਜੀ। ਚਲੋ ਇਹ ਦਿਓ ਜੀ ਮਾਈਕ ਇਹਨਾਂ ਨੂੰ ਦਿਓ ਜ਼ਰਾ। ਤੁਸੀਂ ਕੀ ਉਮਰ ਦੇ ਲੱਗਦੇ ਹੋ ਜੀ? ਮੈਂ ਚਾਚੂ ਸਰ। ਤੁਸੀਂ ਚਾਚੂ ਹੋ? ਹਾਂਜੀ। ਤੇ ਤੁਹਾਡਾ ਭਾਈ ਵੀ ਬਿਮਾਰ ਹੈ ਹਾਂਜੀ। ਤੇ ਬੱਚੇ ਨੂੰ ਵੀ ਕਤਲ ਕਰ ਦਿੱਤਾ, ਬੜਾ ਜ਼ੁਲਮ ਹੋਇਆ, ਕੀ ਕਹਿਣਾ ਚਾਹੁੰਦੇ ਹੋ? ਇਨਸਾਫ ਚਾਹੁੰਦੇ ਹਾਂ ਸਰ ਅਸੀਂ। ਇਨਸਾਫ ਤੇ ਪੁਲਿਸ ਦਿਲਵਾ ਰਹੀ ਹੈ, ਹਾਂਜੀ। ਮੁਲਜ਼ਮ ਵੀ ਪੜੇ ਗਏ ਨਹੀਂ, ਨੇ। ਅਸੀਂ ਉਹਨੂੰ ਸਜ਼ਾ ਦਿਵਾਉਣੀ ਚਾਹੁੰਦੇ ਹਾਂ, ਇਨਸ਼ਾਅੱਲਾ ਤੋਂ ਦਵਾਵਾਂਗੇ। ਠੀਕ ਹੈ। ਇਹ ਦੱਸੋ ਕਿ ਕਿਉਂ ਐਸੀ ਜ਼ਰੂਰਤ ਮਹਿਸੂਸ ਹੋਈ ਕਿ ਸਿਰਫ 15,000 ਰੁਪਏ ਵਾਸਤੇ ਬੱਚੇ ਨੂੰ ਲਾਹੌਰ ਭੇਜਿਆ? ਉੱਥੇ ਇਲਾਕੇ ਦੇ ਵਿੱਚ ਕੋਈ ਕੰਮਕਾਰ ਨਹੀਂ ਸੀ, ਜਾਂ ਕਰੀਬ ਕੋਈ ਸ਼ਹਿਰ ਵਿੱਚ ਕੰਮ ਨਹੀਂ ਹੋ ਸਕਦਾ ਸੀ? ਸਾਰਾ ਤੂੰ 50 ਰੁਪਏ ਲਵੇ ਨਾ ਰਕਸ਼ੇ ਵਾਲਾ, ਮੇਰੀ ਗੱਲ ਸੁਣ, ਤੇ 10 ਘੱਟ ਹੋਣਗੇ ਤੁਹਾਨੂੰ ਪਾਏਗਾ ਕੋਈ ਨਹੀਂ। ਤੇ 15,000 ਰੁਪਇਆ ਮਹੀਨੇ ਦਾ ਰਲ ਜਾਵੇ ਜਿਸ ਘਰ ਦੇ ਵਿੱਚ, ਤੇ ਅਲਹਮਦੁਲਿਲਾ ਉਹਦਾ ਗੁਜ਼ਾਰਾ ਪਿਆ ਹੁੰਦਾ। ਕੀ ਖਿਆਲ ਹੈ? ਹਾਂ, ਠੀਕ ਗੱਲ ਹੈ ਤੁਹਾਡੀ। ਤੇ ਉੱਥੇ ਮਜ਼ਦੂਰੀ ਘੱਟ? ਅਗਰ ਤੁਹਾਡੇ ਕੋਲ 10 ਰੁਪਏ ਘੱਟ ਨੇ, ਤੁਸੀਂ ਬੇਝਿਜਕ ਹੋ ਕੇ ਬਹਿ ਨਹੀਂ ਸਕੋਗੇ ਗੱਡੀ ਦੇ ਉੱਤੇ। ਤੁਹਾਡੀ ਇਹ ਸੋਚ ਹੋਏਗੀ ਕਿ ਯਾਰ ਮੈਨੂੰ ਇੱਜ਼ਤ ਕਰੇਗਾ। ਇਸ ਕਰਕੇ 15,000 ਰੁਪਏ ਬਹੁਤ ਹੈਗਾ ਸੀ, ਪਿੰਡ ਥਾਂ ਦੇ ਵਿੱਚ ਕਾਫੀ ਸੀ ਸਾਡੇ ਵਾਸਤੇ। ਅਸੀਂ ਉਸ 15,000 ਦੀ ਮਹਿਰੂਮ ਹੋ ਗਏ ਹਾਂ। ਬੱਚੇ ਨੂੰ ਤੇ ਭੇਜਿਆ ਸੀ ਸੁੱਖ ਵਾਸਤੇ, ਤੇ ਉਲਟਾ ਸਾਡੀ ਝੋਲੀ 'ਚ ਦੁੱਖ ਪੈ ਗਿਆ। ਤੁਸੀਂ ਚਾਚਾ ਹੋ, ਤੇ ਜਿਹੜਾ ਤੁਹਾਡਾ ਵੱਡਾ ਭਾਈ ਹੈ, ਉਹਦਾ ਵਾਲਿਦ, ਹਾਂਜੀ, ਉਹਦੀ ਹੁਣ ਹਾਲਤ ਕੈਸੀ ਹੈ? ਜਿਹਦਾ ਜਵਾਨ ਪੁੱਤਰ ਮਰ ਜੇ, ਉਹਦੀ ਕਾਹਦੀ ਹਾਲਤ ਰਹਿ ਜਾਂਦੀ ਜੀ? ਤੁਸੀਂ ਵੀ ਬੱਚੇ ਹਾਲੇ ਹੋ, ਉਹਦੀ ਕੋਈ ਹਾਲਤ ਰਹਿ ਜਾਂਦੀ ਉਸ ਬੰਦੇ ਦੀ, ਉਸ ਪਿਓ ਦੀ ਜਾਂ ਉਸ ਮਾਂ ਦੀ ਕੀ ਹਾਲਤ ਰਹਿ ਜਾਂਦੀ? ਉਹ ਮੇਰੇ ਤੁਹਾਡੇ ਦੱਸਣ ਦੀ ਜ਼ਰੂਰਤ ਹੀ ਕੋਈ ਨਹੀਂ ਮੇਰਾ ਖਿਆਲ। ਕੀ ਖਿਆਲ? ਹੁਣ ਕਿਸ ਤਰ੍ਹਾਂ ਸਿਸਟਮ ਚੱਲੇਗਾ? ਬਸ ਸਿਸਟਮ ਅੱਲਾਹ ਤਾਲਾ ਚਲਾਉਂਦਾ, ਜਿਹਦਾ ਨਹੀਂ ਹੁੰਦਾ ਉਹ ਵੀ ਦਾ ਵੀ ਅੱਲਾਹ ਚਲਾਉਂਦਾ। ਐਸੇ ਵੀ ਬੰਦੇ ਵੇਖੇ ਨੇ ਕਿ ਜਿਨ੍ਹਾਂ ਦਾ ਨਾ ਬੇਟਾ ਹੁੰਦਾ ਨਾ ਬੇਟੀ ਹੁੰਦੀ, ਤੇ ਨਿਜ਼ਾਮ ਚੱਲਦਾ। ਰਿਜ਼ਕ ਦੇ ਅੱਲਾਹ ਨੇ ਆਪਣੀ ਜ਼ਿੰਮੇਵਾਰੀ ਲਈ, ਹੋਰ ਕੋਈ ਵਸੀਲਾ ਬਣਾ ਦੇਗਾ ਉਹਦਾ ਅੱਲਾਹ ਤਾਲਾ। ਬਾਕੀ ਭਾਈ ਛੋਟੇ ਨੇ ਉਹਦੇ? ਛੋਟੇ ਛੋਟੇ ਜਿਹੇ ਜੀ, ਕੋਈ ਇੱਕ ਐਡਾ ਗਿਆ, ਇੱਕ ਐਡਾ ਗਿਆ। ਔਰ ਭੈਣਾਂ? 2 ਭੈਣਾਂ ਜਵਾਨ ਨੇ, ਸ਼ਾਦੀ ਦੇ ਕਾਬਲ ਹੋ ਗਈਆਂ, ਔਰ 2-4 ਸਾਲਾਂ ਤੱਕ। ਅੱਛਾ। ਇਹ ਭਾਈਆਂ 'ਚੋਂ ਸਭ ਤੋਂ ਵੱਡਾ ਸੀ? ਹਾਂਜੀ। ਭੈਣਾਂ ਵੱਡੀਆਂ ਸਨ? ਨਹੀਂ, ਭਾਈ ਵੱਡਾ ਸੀ। ਇਹੀ ਵੱਡਾ ਸੀ ਪਹਿਲਾਂ। ਤੇ ਵਾਲਿਦ ਪਹਿਲੇ ਜਦੋਂ ਤੰਦਰੁਸਤ ਸੀ, ਸਿਹਤਮੰਦ ਸੀ, ਕੀ ਕਰਦਾ? ਬਸ ਪਹਿਲੇ ਆਇਆ ਸੀ ਕਿ ਥੋੜ੍ਹਾ ਜਿਹਾ ਬਹਿ ਖਲੋ ਲੈਂਦਾ ਸੀ। ਜਿੱਦਣ ਦਾ ਉਹ ਫੌਤ ਹੋ ਗਿਆ, ਉਦੋਂ ਦਾ ਉਹਦਾ ਲੱਕ ਹੀ ਟੁੱਟ ਗਿਆ, ਉੱਠਣ ਹੀ ਨਹੀਂ ਹੁੰਦਾ ਕੋਲ ਮੰਜੀ 'ਤੇ। ਵਾਸ਼ਰੂਮ ਜਾਂਦਾ, ਵਾਸ਼ਰੂਮ 'ਚ ਵਾਪਸ ਆ ਜਾਂਦਾ। ਉਸ ਇਲਾਕੇ ਦੇ ਜਿਹੜੇ ਕੋਈ ਸਿਆਸੀ ਸ਼ਖਸੀਅਤ, ਕੋਈ ਲੋਕ ਐਸੇ ਨੇ, ਨਹੀਂ ਕੋਈ ਕਿਸੇ ਨੇ ਕੋਈ ਉਹਦੇ ਇਲਾਜ ਵਾਸਤੇ ਕੋਈ ਐਸਾ ਨਹੀਂ ਕੀਤਾ? ਨਹੀਂ, ਸਾਡੇ ਕੋਲ ਕਿਹੜੇ ਨੇ ਉੱਥੇ MPA ਤੁਹਾਡੇ ਇਲਾਕੇ ਦੇ ਵਿੱਚ, ਕੁਝ ਪਤਾ ਹੈ? ਹਾਂਜੀ। ਕੀ ਨਾਮ ਹੈ ਉਹਨਾਂ ਦਾ? ਸੈਨ ਲਾਇਰੀ। ਅੱਛਾ। ਇਹ ਨੂਨ ਲੀਗ ਦੇ MPA ਨੇ? ਹਾਂਜੀ, ਨੂਨ ਲੀਗ ਦੇ। ਅੱਛਾ। ਤੇ ਉਹਨਾਂ ਨੂੰ ਕਦੀ ਨਹੀਂ ਕਿਹਾ ਕਿ ਨਹੀਂ, ਸਾਡੇ ਗਰੀਬ ਨਾਲ ਕੋਈ ਆਦਮੀ? ਰਾਬਤਾ ਨਹੀਂ ਹੋਇਆ ਜੀ ਉਹਨਾਂ ਦਾ। ਵੋਟ ਪਾਇਆ ਸੀ? ਹਾਂਜੀ। ਕਿਹਨੂੰ ਪਾਇਆ ਸੀ ਵੋਟ? ਉਹਨਾਂ ਨੇ ਪਾਇਆ। ਨੂਨ ਲੀਗ ਨੂੰ ਪਾਇਆ ਸੀ। ਤੇ ਨੂਨ ਲੀਗ ਵਾਲਿਆਂ ਕੋਲ ਜਾਓ ਨਾ, ਇੱਕ ਬਾਪ ਮਰੀਜ਼ ਵੀ ਹੈ, ਬੇਟਾ ਵੀ ਉਹਦਾ ਕਤਲ ਹੋ ਗਿਆ, ਉਹ ਕਿ ਨਹੀਂ, ਪੁਲਿਸ ਉਹ ਤੇ ਨੇ ਜਾਵਾਂਗੇ ਤਾਂ ਕੋਈ ਤਾਮਨ ਕਰਨਗੇ ਨਾ। ਇਹ ਤਾਂ ਫਿਲਹਾਲ ਅਸੀਂ ਨਹੀਂ ਗਏ, ਸਾਡੇ ਘਰ ਦੀ ਇਹ ਪੂਰੀ ਪਈ। ठीक है। ये वो लवाहिकीन थे, रिश्तेदार थे जो
बच्चा जो था वो उसकी उम्र 15-16 साल बताई जाती है और बाप उसका टीबी का मरीज़ है, जो अपने बेटे को, अपने लखते जिगर को गुजरात से लाहौर भेजता है मज़दूरी करने के लिए ताकि उसके घर का गुज़र बसर हो सके। जवान बेटे की लाश उठाना किसी भी बाप के लिए बहुत बड़ा सदमा होता है, कोई इससे बड़ा कोई दुख या तकलीफ़ नहीं हो सकती। उस बीमार बाप ने अपने जवान बेटे की लाश भी उठाई, अपने इलाज के लिए भी परेशान है। तमाम ख़ानदान वाले मुतालबा करते हैं पुलिस से भी और मुतल्लिक़ा इदारों से भी कि जिन्होंने ये जुल्म किया उनको करार वाकई सज़ा मिलनी चाहिए और इनको इंसाफ की तवक्को भी है और उम्मीद करते हैं कि इन्हें इंसाफ भी मिलेगा। मकतूल उमर के लवाहिकीन ने क्या कुछ कहा, उनका प्यारा इस दुनिया से चला गया, उन्होंने क्या कुछ बताया उसके घर के हालात के बारे में और वो कहाँ पे काम करता था। अब मामला आ जाता है पुलिस की इन्वेस्टिगेशन का। आईओ हैं इस केस के जमशेद साहब, जिन्होंने मुलजमान को गिरफ़्तार भी किया और इसकी तफ्तीश भी कर रहे हैं। जमशेद साहब, क्या हुआ था जब इतला मिलती है कि ख़ुदकुशी हो गई, एक 14 साल के बच्चे ने ख़ुदकुशी कर ली, फिर आपको कैसे पता चला कि ये ख़ुदकुशी नहीं है, कत्ल है? सर, एक 1-5 की कॉल होती है कि एक 14 साल का बच्चा है, उसने खुदकुशी कर ली है। ठीक है। मौके पे जाते हैं, जाने से पहले जो डेड बॉडी है ना वो चले जाती है कोट ख्वाजा शहीद अस्पताल में। ठीक है। हम मौका देखते हैं तो उधर से पूछते हैं जी एक कपड़ों की ना कुंडी लगी होती है कि इसके साथ उसने लटक के ना खुदकुशी कर ली। वो घर जहाँ पे कमरे में रहता है? हाँ जी। अच्छा। जिसमें वो अफसरान भी कहते हैं कि मौका जो है ना वो बोलता है, क्राइम सीन बोलता है। तो जब हमने डीपली चेक किया तो हमें मशकूक थोड़े से हालात लगे कि इसके किल्ली के साथ 14 साल का बच्चा कैसे खुदकुशी कर सकता है। ठीक है। वो सारे हालात जब चेक किए फिर हमने BFSA की टीम को स्पेशली बुलवाया। ठीक है। क्या कि क्राइम सीन से जो शवाहद है ना वो इकट्ठे हों ताकि हमें ये तफ्तीश अब DNA पे जाती है सारी। ठीक है। कि मौके से जो भी अच्छी अच्छा, ये जिस कुंडी का या जिस किल्ली का आप जिक्र कर रहे हैं कि कमरे में लगी हुई है, ये पहले बताया गया कि उसके साथ लटका हुआ था जी। तो उसने अपनी ज़िंदगी का खात्मा कर लिया। तो आपको इनिशियली ये लगा कि इसके साथ कोई लटक के अपनी जान नहीं गंवा सकता। उसके बाद फिर ये तमाम चीज़ें आगे चली कि सुबह आपको पहला सीन, क्राइम सीन जिसको आप कहते हैं क्राइम सीन बोलता है, तो उसके बाद फिर शुरू हुआ मामला। हम मौके पे जाते हैं तो जब देखते हैं कि एक कुंडी के साथ लटक के कैसे खुदकुशी हो सकती है, कपड़ों वाली कितना वजन जो है झील सकती है। तकरीबन कम से कम ज़्यादा नहीं तो 40 से 45 किलो उसका वजन होगा। एक इंसानी जान जब निकलती है तो वो अपना हाथ पाँव मारता है, लेकिन उधर कोई निशान ऐसे नहीं आते हैं। ठीक है। उस वजह से हमें ज़्यादा मशकूक लगा काम कि ये खुदकुशी नहीं लगती, कोई इसके साथ और हुआ है। ठीक है। फिर हमने जब इसका पोस्टमार्टम करवाया उस वक्त भी डॉक्टर ने हमें बताया कि ये खुदकुशी नहीं लगती, गला दबाया गया। ठीक है। उससे फिर हमने वो सारे शवाहद इकट्ठे किए हैं, PFA से भिजवाए हैं। ठीक है। जमशेद साहब, जब पोस्टमार्टम करवाते हैं तो रिपोर्ट जो है वो ज़ाहिर है इनिशियल रिपोर्ट तो इब्तदाई रिपोर्ट फौरी तौर पे मिल जाती है, तो उसमें भी ये बात आई कि इसका गला दबा के इसको कत्ल किया गया? नहीं, वो जब PFSA से जाएगी ना फाइनल ओपिनियन डॉक्टर फिर उस वक्त देता है अपनी। अच्छा। लेकिन ज़ुबानी उससे जब हमने खुद अपने तौर पे डिस्कस किया कि ये खुदकुशी है या इसको कत्ल किया गया, उस वक्त डॉक्टर ने बताया कि मुझे भी नहीं ये खुदकुशी लग रही। ठीक है। कि ये एक बच्चा 14 साल का है, वो जो फंदे के निशान हैं वो खुदकुशी वाले नहीं हैं। ठीक है। इस वजह से वो मुलजमान को जब आपने गिरफ्तार किया तो आला कत्ल भी बरामद हो गया? वो आला कत्ल जो है वो नाला ही है, वो हमने बजरिया PFA से कब्जे में लिया है ताकि उसके ऊपर जो मुलजम के हाथ वगैरह लगे हैं उसका जो DNA अब करवाएंगे तो इंशाल्लाह ताला एक साइंसी तफ्तीश बन जाएगी। एक सबूत जो नाकाबिले तरदीद होंगे, अदालत जो उसको होगा। ये जो चीज़ें आपने फ्रांसिक के लिए भिजवाई हैं और क्या कुछ इससे आना बाकी है, किस तरह की रिपोर्ट्स होती हैं जिसमें आपका केस जो है वो मज़ीद मजबूत हो जाएगा? ज़ाहिर है अदालत में आपको सबूत चाहिए, वो मेडिकली एविडेंस भी चाहिए उसमें, चाहे पोस्टमार्टम रिपोर्ट हो या फ्रांसिक लैब की रिपोर्ट्स हों। क्या कुछ आपको आने का इम्कान है? सब जदीद दौर है, इसमें अब जो साइंसी तफ्तीश है वो ही ज़्यादा जो है ना एक्सेप्ट है, नाकाबिले तरदीद होती है। उसने नाले के साथ हाथों के ज़रिए खींचा है,
اس کے ہاتھوں کے نشان، اس کا DNA، پسینہ ہے، گرمی کا موسم ہے، وہ نالے کے پہ آ جائیں گے. ٹھیک ہے. پھر ہم نے جب دیکھا کہ اس کو ڈیڈ باڈی جو ہے اس کے ناخنوں میں کہ اس نے ناخن مارے ہوں گے، اس سے وہ سیمپل ہم نے اکٹھے کروائے. پھر وہ گلا دبایا، اس کے سارے جسم سے جو بھی PFSA نے شہادت اکٹھی کیا، اب ملزمان کا ان کے ساتھ میچ کروا دیں گے. ٹھیک ہے. جمشید صاحب، جو ملزمان ہیں ان کا پولیس کسٹڈی میں دیا گیا بیان عدالت میں کتنا کارآمد ہوتا ہے؟ سر پولیس کا اس نے جب تفتیش کرنی ہے تو جو ان کا بیان ہے اسی کے مطابق اگر شواہد آگے اکٹھے ہو جائیں گے تو صاف ظاہر ہے کہ وہ انہوں نے ایکسیپٹ بھی کر لیا ہے کہ ہم نے یہ اعتراف جرم کر لیا ہے، تو عدالت تو صاف ظاہر ہے پھر ان کو ناقابل تردید جب ساتھ ان کے تصدیق ہوگی کہ اس نے اعتراف کیا ہے تو اس کے اعتراف میں جو اس نے باتیں جیسے جیسے اس نے کی ہے اس کے ساتھ وہ آ جائیں گے، ثبوت آ جائیں گے نا لیبارٹری کے، PFSA کے، پوسٹ مارٹم کے، تو اس کو کیسے وہ کوئی ڈینائی کر سکتا ہے؟ 2 ملزم ہیں جنہوں نے قتل کیا، دونوں ہی اتنے قصوروار ہیں؟ بیسیکلی جو شفقت عباس ہے وہ زیادہ قصوروار ہے. دوسرے کا قصور سردست اتنا ہی نظر آ رہا ہے کہ جب اس نے شفقت نے آ کے اس کو بتایا ہے کہ اس نے کا پھندا لگا لیا تھا تو میں نے اس کو کلی سے اتار کے تو 4 پہ پلٹا کے آیا ہوں. یہ دوسرا بھائی جاتا ہے، اس کو چاہیے تھا کہ فوری طور پہ 1122 پہ کال کرتے، 15 پہ کال کرتے، میں بھی اس کی سانس ہوتے وہ بچ جاتا کوئی. لیکن انہوں نے اپنے مالک کو کال کی، اس نے 20-25 منٹ لگا جھوٹ بولا کہ اس نے خودکشی کر لی. وہ 20-25 پھر دونوں ہی قصوروار پائے. صاحب ظاہر سردست تو ابھی یہی چیک کر رہے ہیں کہ اس میں بدنیتی تھی یا ویسے ہی نالج بھی نہیں ہے نا لوگوں کو، کہ کم از کم نالج ہی ہو. جیسے اب کیمرے لگے ہوئے ہیں، لوگوں نے کیمرے لگائے ہوئے ہیں دروازوں کے آگے، لیکن انہوں نے صرف اپنا دروازہ کلیئر کیا ہوا ہے کہ دروازے پہ کون آتا ہے. صاف ظاہر ہے گلی ایک جا رہی ہے، گلی کو پورے کو کور کریں، کم از کم ایک کیمرہ زیادہ لگا دیں، اس سے بہت زیادہ مدد ملتی ہے. پھر زیادہ انہوں نے اپنا ہارڈ ڈسک وغیرہ نہیں لگائی ہوئی. تو آپ کے پروگرام کے توسط سے یہی کہوں گا کہ لوگوں کو کم یہ بتا دیں کہ ایک کیمرہ کے جدھر زیادہ لگاتے ہیں ایک کیمرہ صرف زیادہ لگا دیں، صرف وہ اپنے گھر کے باہر جو ہے نا وہ سارا کور تو ہونا کم از کم، اس میں تفتیش میں بہت مدد ملتی ہے. بالکل ٹھیک ہے. قتل کے کیس کے ساتھ ساتھ ایک جمشید صاحب جو IO ہیں اس کیس کے، انہوں نے بڑی اہم بات کی. اس سے پہلے بھی ہم اس سلسلے میں پروگرام کر چکے ہیں جس میں کئی دفعہ پولیس والوں نے کہا، اور ہمارے پروگرام کے توسط سے یہ کہنا چاہتے ہیں کہ جہاں بھی آپ کلوز سرکٹ فوٹیج کے لیے کیمراز نصب کرتے ہیں، CCTV کیمراز لگاتے ہیں، اس کی رینج جو ہے وہ صرف گھر کے دروازے تک محدود نہیں ہونی چاہیے، بلکہ اس پورے علاقے کو وہ کور کرے. اور خاص کر جو اس کی فوٹیج کا بیک اپ کے لیے جو اس میں ہارڈ ڈسک ہے وہ جو ہے بہتر نوعیت کی ہونی چاہیے تاکہ ریکارڈ آ سکے، لوگوں کو کام آ سکے. ڈیجیٹل ایویڈنس جو ہے وہ عدالت میں انتہائی قابل قبول ہوتا ہے، اور آج کل اور موجودہ حالت دور میں جو ہے وہ ڈیجیٹل ایویڈنس کو بڑی اہمیت حاصل ہے. ایک انچارج انویسٹیگیشن ہو یا IO ہو، اس کو اس میں بہت مدد ملتی ہے. ایک IO ہیں جمشید صاحب جنہوں نے اس بارے میں بھی نشاندہی کی ہے کہ ان لوگوں کو میسیج دیا ہے کہ اگر آپ اپنے گھروں میں، اپنی گلیوں میں، اپنے محلوں میں، اپنی دکانوں میں یا کمرشل علاقوں میں کیمراز لگاتے ہیں تو اس کی رینج جو ہے وہ مکمل طور پہ ایسی ہونی چاہیے کہ کسی قسم کا بھی کوئی وہاں پہ واقعہ پیش آتا ہے تو وہ تمام چیزیں اس میں عکس بند ہو سکیں. اس کیس کے جو IO تھے انہوں نے کس طرح سے انویسٹیگیٹ کیا یہ ہم نے آپ کو پہلے سنوایا. اب انچارج انویسٹیگیشن ہے وسیم صاحب جو مصری شاہ انچارج انویسٹیگیشن کے طور پہ کام کر رہے ہیں. ان سے جانتے ہیں کہ جو انویسٹیگیشن ہوئی، پہلے تو یہ کہا جاتا رہا کہ جو مقتول ہے اس نے خودکشی کی اور اس کو قتل کسی نے نہیں کیا. کن باتوں پہ شبہ ہوا، کن باتوں کو لے کر، کن شواہد کی روشنی میں انہوں نے انویسٹیگیٹ کیا اور ملزمان کی گرفتاری عمل میں لائی گئی. وسیم صاحب یہ بتائیں کہ جو ملزم تھے 2 بھائی ہیں، کیسے شک گزرا، اور تھوڑا جو عمر تھا اس کے بارے میں بتائیے گا کہ کہاں پہ کام کرتا تھا، کیسے آپ کو اطلاع ملی، انویسٹیگیشن کا طریقہ کار کیا رہا کہ دونوں ملزمان آپ نے گرفتار کیے اور کہاں سے کیے؟ یہ ہمیں 4 جون کو ایک اطلاع ملتی ہے، شام 7 بجے کے قریب 15 کی کال آتی ہے کہ جی ایک بچہ اس کی خودکشی کر لی ہے اس نے اور وہ ہاسپٹل میں. جب ہم موقع پہ پہنچتے ہیں
अपनी रूटीन की कार्रवाई के लिए। तो जब मौके पे हम पहुंचे तो हमें शवाहद और थोड़ा सा शक गुजरा कि एक 14 साल 15 साल का बच्चा खुदकुशी क्यों करेगा। ठीक है। हमने इसकी इंटेरोगेशन स्टार्ट की। इंटेरोगेशन स्टार्ट करते हमें थोड़े से ना इबहाम गुजरे इनके रूममेट्स। ये बेसिकली ना गुजरात का रहायशी बच्चा उमर मकतूल, और वहाँ से आया था यहाँ मेहनत मजदूरी करने, एक पकौड़े मिठाई वाली दुकान पे काम कर रहा था। ठीक है। 15,000 इसकी सैलरी थी। बाप इनका बीमार टीबी का मरीज़ था, जिसकी वजह से इस बेचारे को काम करना पड़ा। अब जब इतना मकुआ गुजरने के बाद हमें जब देखा कि एक 15 साल का बच्चा जो ईद की खुशियाँ गुजारने घर जाना चाहता है, वो खुदकुशी क्यों करेगा। जब हमने इसकी तफ्तीश स्टार्ट की तो 2 जो इसके रूममेट्स हैं वो इसका मालक, इनको इंटेरोगेट भी करना शुरू किया। थोड़ा पूछताछ के बताएं भाई क्या मामला हुआ, क्यों हुआ। उन्होंने एक शो कराना शुरू किया जी कि इसने फंदा ले लिया। ठीक है। खुद से ही। और उस क्वार्टर का मुलाजा किया, क्वार्टर से शवाहद देखे। बाद में हमें तस्दीक करते करते जब हम थोड़ा अर्सा टाइम गुजरा 3-4 दिन के बाद हमें जब इन पे शक ज़्यादा होने लगा। शाम ने तफ्तीश किया है? शाम ने तफ्तीश करने से पहले ही हमें इन पे शक गुजरा, क्योंकि ये आगे पीछे हो गए दोनों भाई। हमें जब इनके खिसकना हमें कन्फर्म हो गया ना कि ये अब पल्ला चढ़ा रहे हैं, इस काम से भाग रहे हैं, तब हमने इनको पकड़ा तो इनको इंटेरोगेट किया। तो इसने ये कबूल किया कि जी मेरे से ये गलती हो गई है। ठीक है। हमने इससे मज़ीद पूछताछ की तो इसने कहा जी मैं तलख कलामी हुई हमारी क्वार्टर में, मैं इसको छेड़ रहा था, वो छेड़ने की वजह से हमारी तलख इनकी कलामी। मुलजमान की एज कितनी है, उम्र कितनी है? मुलजमान की जो इसकी 19 साल है। अच्छा। और जो इसका भाई है वो 21-22 साल का है। ठीक है। दोनों इनसे बड़े हैं? हाँ जी। मकतूल से दोनों बड़े हैं? जी जी। अच्छा। तो हमने इनको फिर इंटेरोगेशन किया जब, तो शफकत ने बताया कि मैं वाशरूम करने ऊपर आया था दुकान से क्वार्टर में जब आया हूँ तो ये बैठा था चारपाई पे। तो मैंने इससे बातचीत की तो इसने ये तंग करना शुरू कर दिया कि तुम्हें छुट्टी नहीं मिली ईद के लिए, मालिक ने तुम्हें छुट्टी नहीं दी। तो ये ऐसी बातें करनी शुरू की। इनकी तलख कलामी हुई, उसने उस तलख कलामी में आके उसको फंदा दे दिया। ठीक है। अच्छा वसीम साहब ये बताएं, जो मालिक है जिसके पास ये लड़का काम करता था उमर, उसने क्या बताया कि कोई छुट्टी का मामला था कि छुट्टी नहीं मिलेगी या छुट्टी मिलेगी, और कोई तनख्वाह जो है वो उसका भी कोई इशू नहीं था? ऐसे ना इस तरह का कोई इशू भी नहीं था। मुख्तार जो इनका मालिक है ना दुकान का, उससे इसने सुबह बच्चे ने ना ईद से 2 दिन 3 दिन पहले कहा कि मुझे घर जाने दे। ठीक है। उसने उसको ज़रा थोड़ा सा कहा कि भाई आज नहीं जाना, कल जाना है। कल जाएंगे, आराम से जाएंगे, मैं तुम्हें बस पे बैठा दूंगा, तुम अपने घर चले जाना, मैं तुम्हारा बैग ले आता हूँ। नया बैग भी ख़रीदा बच्चे ने, वो भी था। तो उस हवाले से बस इसने तंग करना शुरू कर दिया। बच्चे ने दूसरे ने कि भाई देख तुम्हें घर नहीं जाने दिया जा रहा। अच्छा, उसको उकसाते रहे। ठीक है। पहले भी जो इनके मुतल्लक जो मुख्तार है उसके जो बातचीत हुई मुख्तार से, जब जो मालिक है, पहले भी नोक झोंक हल्की फुल्की होती रहती थी, लेकिन इस हद तक नहीं थी। ठीक है। तो अब जो हुआ ये मामला, उसने उकसाया, हाथापाई स्टार्ट हो गई। हाथापाई स्टार्ट हुई, उसने वो वहाँ पे एक नाला पड़ा था उजार बंद से उसका गला दबा दिया। ठीक है। गला दबाया है तो बाद में उसने कह दिया कि नीचे गया है, नीचे जाके अपने भाई को तलाक करता है। हाँ। अब उस जो इसका बयान है, जो इनिशियल अभी तक बयान, अभी फर्दर तफ्तीश अभी इसकी बाकी है, अभी रिमांड पे है। तो उसमें एक मैंने भाई को बताया, भाई आया तो उसने देखा, तो इन्होंने फिर मुख्तार को कॉल की। मुख्तार जो मालिक है मुख्तार को कॉल की। मुख्तार आया, इसको उठा के हॉस्पिटल लेके गया। ठीक है। तब तक वो शायद बच्चा एक्सपायर हो चुका था। तो उन्होंने ये मामला जो है ना ऐसे ये सारे मामला तय किए। और फिर बाद में जब ये खिसकने स्टार्ट करना शुरू कर दिया, इन्होंने थोड़ा सा चुराना शुरू कर दिया, मौके से भी थोड़ा सा दूर होना शुरू कर दिया। तो इससे हमेशा गुजरना शुरू हुआ कि ये
یہ کیوں دور ہونا سٹارٹ ہو رہے ہیں؟ کیونکہ وجہ ناد اگر کوئی بھی ہے تو ان کو تو بیان دینا چاہیے کہ کیا معاملہ ہے، کوئی بات ہے، کوئی لڑائی جھگڑا ہوا تھا یا کوئی کسی دوسرے کے ساتھ ہوا تھا. انہوں نے اس باتوں کو چھپانا شروع کر دی. ٹھیک ہے. اچھا وسیم صاحب یہ بتائیں کہ جب انہوں نے تھوڑی سی دوری اختیار کی اور چھپانا بھی شروع کر دیا تو شک آپ کو یقیناً پھر زیادہ گزرا ہوگا کہ یہ اوائڈ کر رہے ہیں. تو جب ان کو گرفتار کرنے کا فیصلہ کیا گیا یا جو بھی آپ کو انٹیروگیشن میں چیزیں سامنے آئیں تو پھر ان کو گرفتار کہاں سے کیا گیا؟ یہ فرار ہو چکے تھے یا موقع پہ؟ اور ان کا کون سے شہر سے تعلق ہے؟ یہ بیسیکلی سرگودا کے رہائشی ہیں دونوں بھائی. یہ بھی لاہور اسی کوارٹر میں اس کے ساتھ ہی رہائش پذیر تھے مقتول کے ساتھ ہی. مالک مختار بھی اسی کا جگہ کے رہائشی ہے، اسی کوارٹر میں رہتے تھے یہ چاروں. مختار کا تعلق سیالکوٹ سے ہے، ان دو بھائیوں کا تعلق سرگودا سے ہے اور مقتول کا تعلق گجرات سے ہے. ٹھیک ہے. یہ اکٹھے رہتے تھے. ٹھیک ہے. جب انہوں نے راہ فرار اختیار کرنا شروع کیا نا تو پھر یہ موقع سے بھی نہیں ہمیں ملے اور نہ ہی یہ ہم اس علاقے سے ہی کہیں آگے پیچھے ہم نے تلاش شروع کی کہ یار یہ کیوں نہیں آ رہے اب سامنے، ان کا بیان لینا ہے، بات کریں. ظاہر ہے وہ اس کے روم میٹ تھے، اس جگہ پہ رہتے تھے. پھر ہم نے ان کو چیک کیا، پھر ہمیں ایک مخبر خاص نے اطلاع دی کہ یہ اس وقت جو ہے نا ایک جگہ پہ بیٹھے ہیں. تو پھر ہم نے اس کو وہاں سے گرفتار کیا، دونوں کو گرفتار کیا. تو پھر انہوں نے اعتراف جو ہے وہ آسانی سے کر لیا یا علیحدہ علیحدہ ان کو انٹیروگیٹ کیا گیا، سوال و جواب جو آپ پولیس کرتی ہے، کیسے انہوں نے پھر اعتراف آسانی سے کر لیا؟ نہیں آسانی سے تو نہیں کیا، تھوڑا سا ہمیں ان کو انٹیروگیشن کرنا پڑا کہ بتانا پڑا کہ بھئی آپ نے جو بھی کام کیا غلطی ہو گئی ہے تو تسلیم کر لیں. ٹھیک ہے. کچھ نہیں ہوگا. اکیلا اکیلا کر کے علیحدہ علیحدہ ان بھائیوں کو، مختار کو بھی انٹیروگیشن میں ہم نے مختار کو بھی انٹیروگیشن میں بلایا. حراست میں رکھا؟ وہ آیا پولیس نہیں، حراست میں رکھا، اس کو بذریعہ فون ہی ہم نے بلایا. وہ آتا رہا. تو اس کو بھی ہم نے سوال جواب کیے. وہ اپنی بات جو بھی کر رہا تھا اس کے متعلق وہ شواہد بھی فراہم کر رہا تھا کہ میں یہاں سے آیا، ایسے آیا، ایسے. یہ اپنے شواہد پرووائڈ کرنے میں ناکام رہے. ٹھیک ہے. پھر ہم نے ان کو علیحدہ علیحدہ جب انٹیروگیشن کیا تو پھر اس نے بات ساری کہ مجھ سے غلطی ہو گئی، میرا ایسا کوئی ارادہ نہیں تھا، مجھ سے غلطی ہو گئی، میں نے یہ کر دی. ٹھیک ہے. اور اب یہ بتائیں کہ جب گھر والے آئے تو انہوں نے کوئی ان دونوں کے ساتھ کوئی لڑائی جھگڑے کا بچے نے کبھی گھر اپنے بتایا ہو، والد کو، والدہ کو، گھر میں کسی کو اطلاع نہیں تھی کہ ان دونوں کے ساتھ کوئی ان کی لڑائی رہتی ہے؟ یہ بات مدعی مقدمہ جو ان کا تایا سرفراز، اس نے بتایا ہمیں کہ اس سے پہلے نا ہمیں 2 سے 3 دفعہ بچے نے نا گھر میں فون کر کے بتایا، کچھ عرصہ 5 ماہ سے وہ یہاں کام کر رہا تھا کہ بھئی یہ مجھے تنگ کرتے ہیں، تنگ کرتے ہیں، آوازیں کستے ہیں، مطلب اس طرح کوئی. وہ ذرا پرانے تھے، یہ نیا تھا بچہ، اس وجہ سے یہ ہوتا تھا، نوک جھونک ہوتی تھی. تو مالک سے بات بھی اس کے تایا نے کی کہ بھئی ان کو سمجھائیں کہ ایسا کام نہ کریں. بس اس حد تک انہوں نے بتایا کہ 2-3 دفعہ یہ بات ہوئی. یہ مدعی بیانی ہے. ٹھیک ہے. اور عید کے کتنے دن پہلے کا یہ واقعہ ہے؟ بچے نے تو عید پہ گھر جانا تھا. عید سے 3 دن پہلے کا واقعہ. 3 دن پہلے کا واقعہ. شام 4 کی شام کا. ٹھیک ہے. 4 جون شام 7 سوا 7 بجے کا واقعہ. تو اب ان کو سزا دلوانے کے لیے انویسٹیگیشن پولیس کیا کچھ کر پائی ہے؟ آگے چل کے سزا ملے گی ان کو ملزمان؟ جی انشاءاللہ کیوں نہیں. ہم نے فورنزک لیب کا پورا PFSA کی ٹیم بلائی تھی اسی وقت موقع پہ. ٹھیک ہے. شواہد اکٹھے کروائے تھے، ان کا DNA سیمپل تک بھی ہم نے سبمٹ کروایا تاکہ، کیونکہ موقع سے ایک بات سامنے آتی تھی خودکشی یا ایسی آواز تھی یا ایسی ہوا تھی، لیکن ہم نے اس کو پیچھے کر دیا کہ خودکشی ہو نہ ہو ہمیں اس سے کوئی غرض نہیں ہے، ہمیں تفتیش سے ہے. ہم نے تفتیش جو کرنی ہے وہ میرٹ پہ کرنی ہے. ہم نے ان کے ایویڈنس پورے وہاں سے کلیکٹ کروائے، اس روم سے باقاعدہ اس بچے کی باڈی سے DNA کے سیمپلز، ان کے ناخن سے، وہ سارے ہم نے PFSA لیب جمع کروائے جن کی رپورٹس ابھی آنی باقی ہے. ٹھیک ہے. اچھا وسیم صاحب اب یہ بتائیں کہ جب اس طرح کی 15 کی کال یا اس طرح کی اطلاع ملے کہ کسی شخص نے خودکشی کر لی تو پولیس اس پہ کس طرح سے تمام پہلوؤں پہ غور کرتی ہے؟ کیونکہ یہ قتل چھپانے کی یہ بھی ایک سازش کی گئی ملزمان کی جانب سے کہ اس نے
پھندا لے لیا یا اپنی جان خود لے لی، تو ہو سکتا تھا کہ پولیس کی جانب سے اگر یہ نیگلیجنسی کی جاتی، لاپرواہی کی جاتی، تو اس کے قاتل جو ہیں وہ آزاد ہو جاتے، پکڑے نہ جاتے، اور جو جن کا بچے کا جس کا ناحق قتل ہوا اور لواحقین کا وہ کفیل تھا، بیمار باپ کا سہارا تھا، تو شاید مجرموں کو سزا نہ ملتی۔ تو کیا انویسٹیگیشن ہو یا آپریشن ہو، پولیس کیا کرتی ہے، کن چیزوں پہ غور کیا جاتا ہے؟ ہمارے ڈی آئی جی صاحب انویسٹیگیشن ذیشان صاحب اور ایس ایس پی صاحب انویسٹیگیشن نویز صاحب کی طرف سے واضح حکم ہے، واضح پیغام ہے، واضح میسیج ہے کہ جب بھی کوئی وقوع ہو، جب بھی، شاید وہ خودکشی کہلا جائے، چاہے وہ قتل کہلا جائے، وہ بعد کی باتیں ہیں، ہم نے موقع پہ پہنچ کے اپنی تفتیش ہر پہلو سے ہی کرنی ہے۔ باقاعدہ ٹیمز تشکیل دی جاتی ہیں ڈی آئی جی صاحب کی طرف سے اور ایس ایس پی صاحب کی طرف سے کہ واضح ٹیمیں بنا کے کہ اس پہلو پہ بھی تفتیش کریں، اس پہلو کو دیکھیں کہ یہ خودکشی بنتا ہے نہیں بنتا۔ باقاعدہ وہ ڈائریکٹلی انوالو ہوتے ہیں ہماری ہر انویسٹیگیشن میں، وہ ڈائریکٹلی ہینیس کیسز میں ڈائریکٹلی ڈی آئی جی صاحب خود انوالو ہوتے ہیں، وہ پوچھتے ہیں، بار بار پوچھتے ہیں کیسے ہوا، کیوں ہوا، کیا آپ کی تفتیش کہتی ہے، پھر وہ خود سے ہمیں تھوڑی بہت انسٹرکشن جو ہے نا، اچھی انسٹرکشن وہ بھی جاری کرتے ہیں کہ نہیں اس کو اس پہلو سے بھی دیکھیں۔ ٹھیک ہے، پھر ہم جب ان کی رائے، ان کی ایک نگرانی میں ہم کام کرتے ہیں نا، تو اس سے ہمیں بہت زیادہ بینیفٹ ہوتا کہ یہی تفتیش کو ایک پہلو جب گزرا کہ خودکشی ہے، لیکن اسی ٹائم پہ جب ڈی آئی صاحب، ہمارے انویسٹیگیشن صاحب کو پتہ چلا، ایس ایس پی صاحب کو پتہ چلا، انہوں نے ہمیں حکم ایسے نہیں دیا، انہوں نے کہا کہ اس کو دوسرے پہلو سے دیکھنا سٹارٹ کریں کہ یہ خودکشی بھی ہوگی، اس میں کوئی دو رائے نہیں ہے کہ ہو بھی سکتی ہے، لیکن ہم نے تفتیش اس کی ایسے نہیں کرنی، ہم نے تفتیش دیکھنا کہ یہ مرڈر ہے، پہلو ہے، اس کو پہلے چیک کریں۔ یہ ہماری جو کمانڈ ہے، ہم اس بات پہ بہت فخر ہے کہ وہ ہمیں اس پہلو پہ بات کرنے کا، یا ہمیں سمجھاتے ہیں کہ ایسے نہیں ایسے بھی کر کے دیکھیں ایک دفعہ تفتیش میں۔ ٹھیک ہے، تو پھر اس میں وہ چیزیں سامنے آ جاتی ہیں۔ یہ انچارج انویسٹیگیشن جنہوں نے اس کیس کو خود نگرانی کی اور ان کا موقف بھی ہم نے آپ کو سنوایا، اکثر اوقات ایسے مقدمات، ایسے واقعات جب سامنے آتے ہیں تو پولیس کو مختلف قسم کی رائے جو ہے وہ موصول ہوتی ہے کہ جی قتل نہیں ہے، خودکشی ہے، اگر خودکشی ہو تو اس کو قتل کا بھی رنگ دینے کی کوشش کی جاتی ہے۔ انویسٹیگیشن جو لاہور کو کمانڈ کرتے ہیں ڈی آئی جی انویسٹیگیشن سید ذیشان رضا صاحب، ان کی جانب سے احکامات ہے کہ کوئی بھی اس طرح کا واقعہ اگر پیش آتا ہے تو ان کو تمام پہلوؤں سے دیکھا جائے، پرکھا جائے اور شواہد کی روشنی میں پھر فیصلہ کیا جائے کہ یہ معاملہ ہے کیا۔ اس قتل میں بھی اس کو خودکشی کا رنگ دینے کی پولیس کو جو ہے وہ بتایا جا رہا تھا کہ خودکشی کی گئی ہے، خودکشی کا رنگ دینے کی کوشش کی گئی، لیکن پولیس نے انویسٹیگیٹ کیا تو اس میں ایک نہیں دو قاتل نکلے، اور پولیس نے دونوں ملزمان کو گرفتار بھی کر لیا اور پولیس کسٹڈی میں انہوں نے اعترافی بیان بھی دیا اور جرم کا اعتراف بھی انہوں نے کر لیا۔ اب قانون کے مطابق اور تمام شواہد کی روشنی کے مطابق عدالت سے ان کو سزا بھی دلوائی جائے گی۔ یہ تھا آج کا جرم انجام۔ نئے پروگرام تک کے لیے مجھے دیجیے اجازت، اللہ نگہبان۔